श्री वाहिगुरु जी। सूही महला पहला। घर नावा एक ओंकार सतगुर प्रसाद। कच्चा रंग कसुंभ का थोड़िया दिन चार जियो। विण नाम ब्रह्म भुलिया ठग मुठी कूड़ियार जियो। सच्चे सेती रतिया जन्म न दूजी वार जियो। कच्चा रंग कसुंभ का। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां बादशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़ मिल बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु जी। सूही महला पहला। सूही राग विच पहले पातशाह धन सतगुरु नानक देव साहिब जी महाराज शो पावन उपदेश की बख्शिश करते हैं। घर नाम नामे घर सुर ताल दे विच सुर वाजे दी ताल तबले दा नौवें घर दे विच यह परम पवित्र उपदेश बख्शदे ने। एक ओंकार सतगुर प्रसाद। एक अद्वितीय ब्रह्म ओंकार जो सर्वदा प्रकाशक है, सत है, चित है, आनंद रूप है, जो कि सतगुर प्रसाद सतगुरां दी किरपा द्वारा प्राप्त हुंदा है। कच्चा रंग कसुंभ का। जिस प्रकार कसुंभे का रंग बहुत कच्चा हुंदा है। थोड़िया दिन चार जियो। जो थोड़े भाव चार को दिन ही रहन वाला है जी। इसी प्रकार कच्चा रंग कसुंभ का। कसुंभ साध संगत जी एक पौधा है जिस विचों एक बड़ा भड़कीला रंग निकलता है। जेकर उहदे नाल वस्त्र नूं रंग दईए तां रंग चढ़न सार तां बड़ा चंगा लगता है, पर कच्चा इन्ना हुंदा धुप जां पानी नाल जल्दी ही डब खड़बा फिक्का जिहा पै जांदा है। इस प्रकार कसुंभे की तरह जो माइकी पदार्थ और विषयों का आनंद है ये भी कचियाई वाला है।
ਥੋੜਣਿਆ ਦਿਨ ਚਾਰ ਜੀਓ। ਜੋ ਥੋੜ੍ਹੇ ਭਾਵ 4 ਕੁ ਦਿਨ ਤੱਕ ਹੀ ਹੈ, ਬਾਅਦ ਵਿੱਚ ਨਾਸ਼ ਹੋ ਜਾਂਦਾ ਹੈ, ਹਮੇਸ਼ਾ ਸਥਿਰ ਨਹੀਂ ਰਹਿੰਦਾ। ਵਿਨ ਨਾਵੈ ਬ੍ਰਹਮ ਭੁੱਲੀਐ। ਪਰਮੇਸ਼ਰ ਦੇ ਸੱਚੇ ਮਜੀਠ ਰੰਗ ਦੀ ਤਰ੍ਹਾਂ ਜੋ ਵਾਹਿਗੁਰੂ ਜੀ ਦਾ ਨਾਮ ਹੈ, ਇਹਦੇ ਤੋਂ ਬਗੈਰ ਸਾਰੀ ਸ੍ਰਿਸ਼ਟੀ ਭਰਮ ਦੇ ਵਿੱਚ ਭੁੱਲੀ ਪਈ ਹੈ। ਠੱਗ ਮੁੱਠੀ ਕੂੜਿਆਰ ਜੀਓ ਅਤੇ ਝੂਠੀ ਜੀਵ ਰੂਪ ਇਸਤਰੀ ਵਿਸ਼ੇ ਰੂਪੀ ਠੱਗਾਂ ਨੇ ਲੁੱਟੀ ਹੋਈ ਹੈ। ਜਿਹਨੂੰ ਕਿ ਨਾਮ ਭਗਤੀ ਦਾ ਮਜੀਠੀ ਰੰਗ ਨਹੀਂ ਚੜ੍ਹਿਆ, ਉਹ ਵਿਸ਼ੇ ਆਨੰਦ ਦੇ ਵਿੱਚ ਵਿਸ਼ੇ ਰੂਪੀ ਠੱਗਾਂ ਹੇਠੋਂ ਲੁੱਟੀ ਗਈ ਹੈ। ਸੱਚੇ ਸੇ ਤੀਰਤਿਆ, ਜੋ ਸੱਚੇ ਪਰਮੇਸ਼ਰ ਦੇ ਨਾਲ ਰੰਗਿਆ ਹੋਇਆ ਹੈ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਜੋ ਸੱਚੇ ਪਰਮੇਸ਼ਰ ਨਾਲ ਰੰਗਿਆ ਹੋਇਆ, ਜਨਮ ਨਾ ਦੂਜੀ ਵਾਰ ਜੀਓ, ਉਸ ਦਾ ਫਿਰ ਦੂਜੀ ਵਾਰ ਜਨਮ ਨਹੀਂ ਹੋਵੇਗਾ ਜੀ, ਉਹ ਮੁਕਤ ਹੋ ਜਾਵੇਗਾ। ਰੰਗੇ ਕਾ ਕਿਆ ਰੰਗੀ ਹੈ। ਇਹ ਪਿਆਰੇ ਜੀ, ਜੋ ਪਰਮੇਸ਼ਰ ਦੇ ਵਿੱਚ ਪ੍ਰੇਮ ਲਾ ਕੇ ਰੰਗੇ ਗਏ ਹਨ, ਉਹਨਾਂ ਪਹਿਲਾਂ ਹੀ ਰੰਗੇ ਹੋਇਆਂ ਦਾ ਹੋਰ ਕੀ ਰੰਗੀਏ। ਮਤਲਬ ਜਿਨ੍ਹਾਂ ਨੇ ਨਾਮ ਜਪਿਆ ਹੈ, ਭਗਤੀ ਕੀਤੀ ਹੈ, ਸੇਵਾ ਕੀਤੀ ਹੈ, ਉਹਨਾਂ ਦਾ ਚਿਹਰਾ ਤਾਂ ਪਹਿਲਾਂ ਹੀ ਚੂਹ ਚੂਹੇ ਰੰਗ ਵਾਲਾ, ਲਾਲ ਸੁਰਖ ਰੂਹਾਨੀਅਤ ਵਾਲਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੈ ਦਾਗਾ। ਉਹਨਾਂ ਨੇ ਬੜਾ ਹੋਰ ਮੂੰਹ ਨੂੰ ਕੀ ਰੰਗਣਾ ਹੋਇਆ, ਪਾਊਡਰ ਕਰੀਮ ਆਦਿਕ ਲਾ ਕੇ। ਮਤਲਬ ਹਾਰ ਸ਼ਿੰਗਾਰ ਤਾਂ ਉਸ ਬੰਦੇ ਨੂੰ ਕਰਨ ਦੀ ਲੋੜ ਹੈ ਜਿਹਦਾ ਰੰਗ ਚੰਗਾ ਨਹੀਂ ਹੈ। ਜੋ ਰੱਬ ਨੇ ਪਹਿਲਾਂ ਹੀ ਵਧੀਆ ਰੰਗ ਵਾਲਾ ਬਣਾਤਾ, ਉਹਨੂੰ ਬੜਾ ਨਕਲੀ ਰੰਗ ਲਾਉਣ ਦੀ ਕੀ ਲੋੜ ਪੈ ਗਈ, ਕੋਈ ਜ਼ਰੂਰਤ ਹੀ ਨਹੀਂ ਹੈ। ਸੋ ਇਸ ਵਾਸਤੇ ਜੋ ਕੁਦਰਤੀ ਹੈ, ਜਿਸ ਤਰ੍ਹਾਂ ਦਾ ਵੀ ਪ੍ਰਮਾਤਮਾ ਨੇ ਬਣਾਇਆ ਹੈ, ਮਾੜਾ ਤਾਂ ਵਾਹਿਗੁਰੂ ਬਣਾਉਂਦਾ ਹੀ ਨਹੀਂ, ਚੰਗਾ ਹੀ ਬਣਾਉਂਦਾ ਹੈ। ਪਰ ਜੇ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਸਵਾਰਾਂਗੇ ਤਾਂ ਉਹ ਹੋਰ ਬੁਰਾ ਬਣੇਗਾ, ਚੰਗਾ ਨਹੀਂ ਲੱਗੇਗਾ। ਤੋ ਜਿਹੜੇ ਗੁਰਮੁਖ ਸੇਵਾ ਦੇ ਰੰਗ 'ਚ ਰੰਗ ਦਿੱਤੇ ਮਹਾਰਾਜ ਨੇ, ਭਗਤੀ ਦੇ ਮਜੀਠੀ ਰੰਗ ਵਿੱਚ ਰੰਗ ਦਿੱਤੇ, ਪ੍ਰੇਮ ਦੇ ਸੂਹੇ ਰੰਗ ਦੇ ਵਿੱਚ ਰੰਗ ਦਿੱਤੇ ਹਨ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਵੱਡੇ ਭਾਗਾਂ ਵਾਲੇ ਨੇ। ਇਹ ਪਿਆਰੇ ਜੀ, ਉਹਨਾਂ ਰੰਗੇ ਕਾ ਕਿਆ ਰੰਗੀ ਹੈ। ਪ੍ਰੇਮ ਰੰਗ ਦੇ ਨਾਲ ਰੰਗੇ ਹੋਇਆਂ ਦਾ ਹੋਰ ਭਲਾ ਕੀ ਰੰਗੀਏ। ਮਤਲਬ ਉਹਨਾਂ ਨੂੰ ਮਾਇਆ ਦਾ ਰੰਗ ਨਹੀਂ ਚੜ੍ਹਦਾ, ਪਦਾਰਥਾਂ ਦਾ, ਵਿਸ਼ਿਆਂ ਦਾ ਰੰਗ ਨਹੀਂ ਚੜ੍ਹਦਾ। ਜੋ ਰਤੇ ਰੰਗ ਲਾਏ ਜੀਓ, ਜਿਹੜੇ ਮਹਾਰਾਜ ਨੇ ਆਪਦੇ ਪ੍ਰੇਮ ਰੰਗ ਦੇ ਵਿੱਚ ਲਾ ਕੇ ਰਤ ਲਏ ਨੇ, ਭਾਵ ਉਹਨਾਂ ਦੀ ਸੰਗਤ ਕਰਕੇ ਆਪਣੇ ਚਿੱਤ ਨੂੰ ਵੀ ਤੁਸੀਂ ਵੀ ਉਹਨਾਂ ਵਾਂਗ ਰੰਗਣਾ ਕਰੋ। ਰੰਗਣ ਵਾਲਾ ਸੇਵੀਐ, ਸੱਚੇ ਸਿਉ ਚਿਤ ਲਾਏ ਜੀਓ। हे ਪਿਆਰੇ ਜੀ, ਪ੍ਰੇਮ ਨਾਮ ਰੰਗ ਵਿੱਚ ਰੰਗਣ ਵਾਲੇ ਗੁਰੂ ਰੂਪ ਲਲਾਰੀ ਨੂੰ ਸੇਵਨਾ ਕਰੀਏ, ਜੋ ਸੱਚੇ ਪਰਮੇਸ਼ਰ ਦੇ ਨਾਲ
ਚਿੱਤ ਨੂੰ ਲਾ ਭਾਵ ਜੋੜ ਦਿੰਦੇ ਨੇ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਚਾਰੇ ਕੁੰਡਾ ਜੇ ਭਵੈ ਬਿਨ ਭਾਗਾ ਧਨ ਨਾਹੀਂ ਜਿਉ। ਜਿਹੜਾ ਪ੍ਰਤੱਖ ਧਨ ਰੋਕੜੀ ਹੈ, ਕੈਸ਼ਮਣੀ ਮਾਇਆ ਹੈ, ਇਹ ਬਿਨ ਭਾਗਾ ਸ਼ੁਭ ਕਰਮ ਪੁੰਨ ਰੂਪ ਪੂਰਬਲੇ ਕਰਮ ਨਾ ਹੋਣ, ਇਹਨਾਂ ਦੀ ਪ੍ਰਾਪਤੀ ਇਹ ਪ੍ਰਤੱਖ ਧਨ ਦੀ ਪ੍ਰਾਪਤੀ ਬਿਨਾਂ ਪੁੰਨਾਂ ਤੋਂ ਨਹੀਂ ਹੁੰਦੀ। ਜੇ ਕਰਮ ਸਾਥ ਨਾ ਦੇਣ ਤਾਂ ਜਿਹੜਾ ਪਹਿਲਾਂ ਪ੍ਰਾਪਤ ਹੋਇਆ ਉਹ ਵੀ ਨਹੀਂ ਰਹਿੰਦਾ, ਉਹ ਵੀ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਪ੍ਰਤੱਖ ਸ਼ੁਭ ਗੁਣ ਸਤ ਸੰਦੋਖ ਤੀਰਥ ਦਇਆ ਧਰਮ ਵਿਚਾਰ ਅਰ ਨਾਮ ਰੂਪ ਧਨ ਦੀ ਪ੍ਰਾਪਤੀ ਵਾਸਤੇ ਚਾਰੇ ਕੁੰਡਾਂ ਚਾਰੇ ਦਿਸ਼ਾਵਾਂ ਦੇ ਵਿੱਚ ਵੀ ਭਾਵੇਂ ਭਾਉਣਾ ਕਰੇ, ਪਰ ਸ੍ਰੇਸ਼ਟ ਭਾਗਾਂ ਤੋਂ ਬਿਨਾਂ ਉਹਨੂੰ ਇਹ ਧਨ ਪ੍ਰਾਪਤ ਨਹੀਂ ਹੋ ਸਕਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ। ਭਾਗਾਂ ਵਾਲੇ ਕੌਣ ਨੇ? ਹਰੀ ਦੇ ਸੰਤ। ਜਿਨ ਘਰ ਧਨ ਹਰ ਨਾਮ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਵਾਹਿਗੁਰੂ ਦਾ ਨਾਮ ਧਨ, ਉਹਨਾਂ ਨੇ ਰੱਜ ਕੇ ਬਾਣੀ ਪੜ੍ਹੀ, ਮਹਾਰਾਜ ਦਾ ਨਾਮ ਜਪਿਆ। ਆ ਵੇਖੋ ਜਿੰਨਾਂ ਕਮਾਈਆਂ ਕੀਤੀਆਂ ਨੇ ਉਹਨਾਂ ਦੇ ਅੱਗੇ ਗੋਲਕਾਂ ਭਰੀਆਂ ਹੋਈਆਂ ਨੇ, ਗਿਣਦਿਆਂ ਵਾਰ ਨਹੀਂ ਆਉਂਦਾ। ਕਿਉਂ? ਕਿਉਂਕਿ ਉਹਨਾਂ ਨੇ ਜਿਉਂਦਿਆਂ ਇੱਕ ਨਵੇਂ ਪੈਸੇ ਦਾ ਮੋਹ ਨਹੀਂ ਕੀਤਾ। ਪੈਸਾ ਨਹੀਂ ਕਮਾਇਆ, ਰੱਬ ਦਾ ਨਾਮ ਕਮਾਇਆ ਹੈ, ਜੀਵਨ ਕਮਾਇਆ ਹੈ। ਪੈਸਾ ਹੀ ਸਭ ਕੁਛ ਨਹੀਂ ਹੁੰਦਾ। ਜਿਸ ਇਨਸਾਨ ਦਾ ਜੀਵਨ ਹੈ ਉਹਦੇ ਵਿੱਚ ਸ਼ੁਭ ਗੁਣ ਔਰ ਸੇਵਾ ਸਿਮਰਨ ਹੈ, ਸਮਝ ਲਓ ਕਿ ਉਹ ਮਾਲਾ ਮਾਲ ਹੈ, ਉਹ ਅਮੀਰ ਹੈ। ਸਾਡੀ ਨਿਗਾਹ ਦੇ ਵਿੱਚ ਜਿਸ ਦੀ ਬੋਝੀ ਭਰੀ ਹੋਈ ਹੈ ਆਪਾਂ ਉਹਨੂੰ ਅਮੀਰ ਸਮਝਦੇ ਹਾਂ, ਪਰ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਨਿਗਾਹ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਦੇ ਪੱਲੇ ਵਿੱਚ ਭਾਵ ਬੈਂਕ ਦੇ ਵਿੱਚ, ਜੇਬ ਦੇ ਵਿੱਚ, ਪੱਲੇ ਦੀ ਗੰਢ ਦੇ ਵਿੱਚ ਪ੍ਰਤੱਖ ਕੈਸ਼ ਮਨੀ ਹੈ, ਪ੍ਰਤੱਖ ਰੁਪਈਏ ਪੈਸੇ ਨੇ, ਤਿਨ ਕਾ ਨਾਉ ਫਕੀਰ। ਉਹਨਾਂ ਨੂੰ ਕਦੀ ਵੀ ਅਮੀਰ ਨਾ ਸਮਝੋ, ਉਹ ਤਾਂ ਮੰਗਤੇ ਨੇ, ਉਹ ਫਕੀਰ ਹਨ। ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਬੁਰੇ ਕਰਮਾਂ ਤੋਂ ਬਗੈਰ ਇਕੱਠਾ ਨਹੀਂ ਹੁੰਦਾ। ਜਦ ਜਾਂਦਾ ਬੰਦੇ ਦੀ ਜਾਨ ਵੀ ਨਾਲ ਹੀ ਲੈ ਜਾਂਦਾ, ਅਤੇ ਮਰਿਆਂ ਦੇ ਨਾਲ ਨਹੀਂ ਜਾਂਦਾ। ਆਪ ਬੰਦੇ ਦਾ ਨੁਕਸਾਨ ਕਰਕੇ ਛਾਲ ਮਾਰ ਕੇ ਦੂਜੇ ਪਾਸੇ ਹੋ ਜਾਂਦਾ। ਅਤੇ ਇਸ ਵਾਸਤੇ ਪੈਸੇ ਵਾਲਿਆਂ ਨੂੰ ਕਦੀ ਅਮੀਰ ਨਾ ਸਮਝੋ। ਜਿਸ ਦਾ ਵਿਰਸਾ ਅਮੀਰ ਹੈ, ਜਿਹਦੇ ਕੋਲ ਗੁਣ ਹਨ, ਉਹੀ ਅਮੀਰ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਰੂ ਪੱਲੇ ਵਿੱਚ ਤੂੰ ਵਸਦਾ, ਤੇਰਾ ਨਾਮ ਵਸਦਾ, ਉਹ ਸ਼ੁਭ ਗੁਣਾਂ ਦੇ ਖਜ਼ਾਨੇ ਹਨ। ਅਤੇ ਇਸ ਲਈ ਸਭ ਤੋਂ ਵੱਡਾ ਧਨ ਇਨਸਾਨ ਦਾ ਜੀਵਨ, ਉਹਦੇ ਪੱਲੇ ਗੁਣ ਹਨ। ਗੋਰਿਆਂ ਨੇ ਇਹ ਕਹਾਵਤ ਬਣਾਈ ਹੈ, ਉਹਨਾਂ ਨੇ ਗੱਲ ਮੰਨੀ ਹੈ। ਕਹਿੰਦੇ ਨੇ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ। ਜੇ ਧਨ ਗਿਆ ਸਮਝ ਲਓ ਕੁਝ ਨਹੀਂ ਗਿਆ। ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਜੇ ਤੁਹਾਡੀ ਸਿਹਤ ਗਈ ਸਮਝ ਲਓ ਕੁਛ ਗਿਆ, ਕੁਛ ਗਵਾਚਿਆ ਹੈ। ਧਨ ਗਿਆ ਸਮਝ ਲਓ ਕੁਝ ਨਹੀਂ ਗਵਾਚਿਆ। ਜਾਨ ਚਾਹੀਦੀ ਹੈ, ਇਨਸਾਨ ਤੰਦਰੁਸਤ ਚਾਹੀਦਾ। ਪੈਸਾ ਤਾਂ ਜਿੰਨਾ ਮਰਜ਼ੀ ਕਮਾ ਲਓ,
तो इस वास्ते कहते करैक्टर इज़ लॉस्ट, एवरीथिंग इज़ लॉस्ट। जेकर जीवन गया समझ लो पल्ले कख नहीं रहा। तो इसलिए पातशाह फरमाउंदे हन, बिन भागां धन नाहीं जियो। श्रेष्ठ भागां तो बिना वाहिगुरू का नाम धन प्राप्त नहीं हुंदा। चारे कुंडां जे पवै, भावें देश विदेश दुनिया दीयां चार दिशावां तुसीं घुम आओ, जिन्ना साडे मन की तृप्ति हुंदी है, मन चाहुंदा उन्ना पैसा मिलता कोई नहीं। जिन्ना मिल जाता उदों महंगाई हो जाती है, उस तो अगे फिर मन की तृष्णा वध जाती है, मन तृप्त नहीं हुंदा। इसलिए इस करके भी इंसान दुखी है। जिहड़ा महाराज का नाम रूप धन है किते जे प्राप्त हो जाए तो वड्डे भाग समझो। पातशाह जी का वचन है, भाग ठड़े हर संत तुम्हारे, जिन घर धन हर नामा। वो संत भागां वाले ने जिन्हां दे हिरदे घर विच नाम धन है। परवान गणी से ये आए, वो दुनिया में आए प्रमाणिक ने। सफलत ना के काम, उन्हां दे काम सेवा सिमरन वाले सफल ने। इसलिए मेरे राम हर जन कै हों बल जाई। हे मेरे राम, हे मेरे भाई, हे मेरे वाहिगुरु, मैं हरि दे जना तो बलिहार जावां। केसां गा कर चबर ढोलावै। सब दुनिया पैसे पिछे भजी फिरदी है, पर जिहड़ा रब दा प्यार वाला वो नाम धन एकत्र करता है वध तो वध। इसलिए असीं उन्हां तो बलिहार जाइए। केसां गा कर चबर ढोलावै, उन्हां दे उपर आपदे केसां दा चौर ढुलाइए। चरण धूड़ मुख लाई, उन्हां दे चरनां दी धूड़ी नूं अपने मुख मस्तक ते ला के अपने वड्डे भाग समझिए। इसलिए सब तो वड्डे भाग गुर सिखांगे। साडे कोल पैसा आ जाए आपां कहंदे भी बड़ी महाराज की कृपा है जी, बहुत कृपा है जी। दुध मिल जाए बड़ी कृपा है जी। घर विच लवेरा है, मझां गावां ने, दुध दा घाटा नहीं। पुत्र मिल जाए बड़ी कृपा है जी। रब ने पुत्र दिता है। धन खट्टी कमाई कर आई, बड़ी कृपा है। पर असल दे विच कृपा की इको एक निशानी है, वो है महाराज का नाम धन। आ जो कथा कीर्तन संगत गुरबाणी पाठ पूजा जिस दे पास है, समझ लो भी वो महाराज की कृपा है। कृपा करे जिस पार ब्रह्म होवे साधु संग, ज्यों ज्यों ओह वधाई है त्यों त्यों हर स्यो रंग। जिहड़ा पैसा है रब की कृपा नहीं, वो पुन्ना की प्राप्ति है। पिछले जन्म च पुण्य कीते ते हुण इंसान खा रहा है। पुत्र दा सुख ये भी पुन्ना की निशानी है। सो जिहड़ी तंदुरुस्ती है ये भी पुन्ना की निशानी है तो वैसे सारी वाहिगुरू की कृपा ही, पर असल दे विच जिहड़ी सही कृपा है वो महाराज का नाम है। जिहदे कोल 5 बाणियां का नितनेम है, श्री सुखमनी साहिब का पाठ है ते संगत की प्राप्ति है। समझ लो भी वो रब की कृपा। जे कोई आपां नूं पुछे भी वड्डे भाग किन्हां दे हन, तो आपां यही गल्लां करांगे कि वो फलाना बंदा बड़ा भागां वाला है, उसकी सोहनी नौकरी लगी है, उसका घर बार सोहना है, बड़ा सुखी है, वो भागां वाला है। पर जे तुसीं गुरु जी महाराज नूं पुछो कि सब तो वड्डे भागां वाला कौन है दुनिया विच, तो महाराज कहंदे ने सब तो वड्डे भाग गुर सिखांगे। उचारण करो सतनाम श्री वाहिगुरू।
ਕਹਿੰਦੇ ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਗੁਰੂ ਦਾ ਸਿੱਖ ਉਹ ਨਹੀਂ ਜਿਹੜਾ ਮਰਿਆਦਾ ਤੋਂ ਥਿੜਕਿਆ ਹੋਇਆ ਹੈ, ਮਤਲਬ ਕਮ ਸੇ ਕਮ ਕੇਸ ਤਾਂ ਰੱਖੇ। ਚਲੋ ਅੰਮ੍ਰਿਤ ਆਪਾਂ ਨਹੀਂ ਛਕ ਸਕਦੇ, ਸਾਡਾ ਮਨ ਜੇ ਢਿੱਲਾ ਹੈ, ਸਹਿਜੇ ਸਹਿਜੇ ਹੇ ਮਹਾਰਾਜ ਛਕ ਲਵਾਂਗੇ। ਉਹਨਾਂ ਨੂੰ ਸਹਿਜਧਾਰੀ ਆਖਿਆ ਗਿਆ। ਪਰ ਜੇ ਕੋਈ ਕੇਸ ਵੀ ਨਾ ਰੱਖੇ ਤੇ ਆਖੇ ਵੀ ਮੈਂ ਸਹਿਜਧਾਰੀ ਸਿੱਖ ਹਾਂ, ਮੇਰੇ ਖਿਆਲ ਮੁਤਾਬਕ ਇਹ ਗੱਲ ਮੈਂ ਤਾਂ ਕਿਸੇ ਕਿਤਾਬ 'ਚ ਪੜ੍ਹੀ ਨਹੀਂ। ਸਹਿਜਧਾਰੀ ਤਾਂ ਉਹ ਸਨ ਜਿਹੜੇ ਉਸ ਵਕਤ 20 ਲੱਖ ਦੀ ਜਾਂ 10 ਲੱਖ ਦੀ ਗਿਣਤੀ ਜਾਂ ਸਰਕਾਰੀ 2.5 ਲੱਖ ਦੀ ਗਿਣਤੀ ਦੀ ਰਿਪੋਰਟ ਹੈ, ਬਹੁ ਗਿਣਤੀ ਵਿੱਚ ਸੰਗਤ ਉਸ ਦਿਨ ਬੈਠੀ ਹੋਈ ਸੀ ਜਿਸ ਦਿਨ ਗੁਰੂ ਸਾਹਿਬ ਨੇ ਪਹਿਲੀ ਵਾਰ ਅੰਮ੍ਰਿਤ ਛਕਾਇਆ। ਪਰ ਸਾਰਿਆਂ ਨੇ ਅੰਮ੍ਰਿਤ ਨਹੀਂ ਸੀ ਛਕਿਆ। ਪਹਿਲਾਂ ਪੰਜਾਂ ਨੇ ਸੀਸ ਦੇ ਕੇ ਅੰਮ੍ਰਿਤ ਲਿਆ, ਫਿਰ 5 ਮੁਕਤਿਆਂ ਨੇ ਲਿਆ, ਫਿਰ ਗੁਰੂ ਸਾਹਿਬ ਆਪ, ਸਾਹਿਬਜ਼ਾਦੇ, ਮਹਾਰਾਜ ਦਾ ਪਰਿਵਾਰ। ਫਿਰ ਜਦ ਸੰਗਤ ਨੂੰ ਆਖਿਆ ਵੀ ਆਓ ਬਈ ਲੈਣ ਲਾਓ, ਜਲਦੀ ਆਓ ਅੰਮ੍ਰਿਤ ਛਕੋ ਤੁਸੀਂ ਵੀ। ਉਹ ਮੇਰੇ ਵਰਗੇ ਹੱਥ ਜੋੜ ਕੇ ਖਲੋ ਗਏ, ਮਹਾਰਾਜ ਸਾਨੂੰ ਮਾफ़ ਕਰੋ ਵੀ ਆਪਾਂ ਤਾਂ ਘਰਦਿਆਂ ਨੂੰ ਦੱਸ ਕੇ ਹੀ ਨਹੀਂ ਆਏ, ਆਪਾਂ ਤਾਂ ਜੇ ਵਿਆਹ ਕਰਾਉਣਾ ਜੀ ਹੁਣੇ ਹੀ ਅੰਮ੍ਰਿਤ ਛਕ ਲੈਣਾ, ਸਾਡਾ ਤਾਂ ਕਾਰੋਬਾਰ ਹੈ ਜੀ, ਝੂਠ ਬੋਲਣਾ ਪੈਂਦਾ ਜੀ, ਸਾਡੀ ਤਾਂ ਸਰਪੰਚੀ ਪੰਜੀ ਹੈ ਜੀ, ਆਪਾਂ ਤਾਂ ਨੰਬਰਦਾਰ ਹਾਂ ਜੀ, ਸਾਡਾ ਤਾਂ ਮੁੰਡਾ ਵਿਆਹੁਣ ਵਾਲਾ ਜੀ। ਇਸ ਤਰ੍ਹਾਂ ਮੇਰੇ ਵਰਗੇ ਬਥੇਰੇ ਹੋਣਗੇ। ਤੋ ਸੀ ਉਹ ਗੁਰੂ ਮਹਾਰਾਜ ਦੇ ਸਿੱਖ, ਪਰ ਉਸ ਟਾਈਮ 'ਤੇ ਉਹ ਘਬਰਾ ਗਏ। ਇੱਕਦਮ ਬਚਨ ਮੰਨਣਾ ਔਖਾ ਹੁੰਦਾ। ਉਹ ਕਹਿੰਦੇ ਜੀ ਸਾਨੂੰ ਥੋੜ੍ਹਾ ਟਾਈਮ ਦਿਓ, ਅਸੀਂ ਸਹਿਜੇ ਸਹਿਜੇ ਆਪਣਾ ਮਨ ਬਣਾ ਲਵਾਂਗੇ। ਅਤੇ ਵੇਖੋ 350 ਸਾਲ ਹੋ ਗਿਆ, ਅੱਜ ਤੱਕ ਸਾਡੀ ਸਹਿਜ ਹੀ ਨਹੀਂ ਮੁੱਕੀ। ਇੰਨੀ ਲੰਬੀ ਸਹਿਜ ਹੋ ਗਈ, ਸਹਿਜ ਇੰਨੀ ਲੰਬੀ ਤਾਂ ਨਹੀਂ ਹੁੰਦੀ ਹੈ। ਅਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਪਾਨ ਕਰਾਇਆ ਹੈ, ਉੱਚੀ ਸੁੱਚੀ ਮਰਿਆਦਾ ਰਹਿਤ ਬਖਸ਼ੀ ਹੈ, ਇੰਨੀ ਉੱਚੀ ਸੁੱਚੀ ਗੁਰਬਾਣੀ ਬਖਸ਼ੀ ਹੈ। ਜੇ ਆਪਾਂ ਅਜੇ ਵੀ ਕਹੀਏ ਵੀ ਸਾਡੇ ਭਾਗ ਮਾੜੇ ਨੇ, ਜਦੋਂ ਮਹਾਰਾਜ ਕਿਰਪਾ ਕਰੂਗਾ ਉਦੋਂ ਵੀ ਆਪਾਂ ਗੁਰਦੁਆਰੇ ਆਵਾਂਗੇ। ਗੁਰੂ ਨੇ ਤਾਂ ਕਿਰਪਾ ਕੀਤੀ ਹੋਈ ਹੈ, ਆਪਾਂ ਖੁਦ ਆਪ ਤਿਆਰ ਨਹੀਂ ਹਾਂ ਕਿਰਪਾ ਲੈਣ ਵਾਸਤੇ। ਸੋ ਮਹਾਰਾਜ ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੇ ਵੱਡੇ ਭਾਗ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂਗੇ ਜੋ ਗੁਰ ਚਰਨੀ ਸਿੱਖ ਪੜ੍ਹਤੇ ਆ। ਜਿਹੜੇ ਸਿੱਖ ਗੁਰੂ ਦੇ ਚਰਨੀ ਪੈਂਦੇ ਨੇ, ਭਾ ਮਹਾਰਾਜ ਦੇ ਚਰਨੀ ਬਹਿ ਕੇ ਖੰਡੇ ਦੀ ਪਹੁਲ ਲੈ ਕੇ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਹੁੰਦੇ ਨੇ, ਬਾਣੀ ਬਾਣੇ ਦੇ ਧਾਰਨੀ ਹੋ ਕੇ ਨਿਤਨੇਮੀ ਹੁੰਦੇ ਨੇ। ਨਹੀਂ ਤਾਂ ਚਾਰੇ ਕੁੰਡਾਂ ਜੇ ਭਵੈ, ਦੁਨੀਆ ਦੀਆਂ ਚਾਰੇ ਦਿਸ਼ਾਵਾਂ ਤੁਸੀਂ ਭੌਂ ਕੇ ਦੇਖ ਲਓ, ਬਿਨ ਭਾਗਾਂ ਤਨ ਨਾਹੀਂ ਜੀਓ। ਜਿਹੜਾ ਮਹਾਰਾਜ ਦਾ ਬਾਣੀ ਦਾ ਨਾਮ ਦਾ ਤਨ ਹੈ, ਬਿਨਾਂ ਗੁਰਦੁਆਰੇ ਤੋਂ, ਬਿਨਾਂ ਸੰਗਤ ਤੋਂ ਆ ਜੋ ਕਥਾ ਹੈ, ਕੀਰਤਨ ਹੈ, ਇਹ ਤੁਹਾਨੂੰ ਗੁਰੂ ਘਰ ਹੀ ਮਿਲੇਗੀ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਬਣੀਏ। ਤੁਸੀਂ ਪੈਸਾ ਕਮਾ ਸਕਦੇ ਹੋ, ਅੰਨ ਰੋਟੀ ਦੀ ਪ੍ਰਾਪਤੀ ਕਰ ਸਕਦੇ ਹੋ, ਕੱਪੜਾ ਲੀੜਾ ਬਾਜ਼ਾਰ ਦੇ ਵਿੱਚੋਂ ਹਰੇਕ ਚੀਜ਼ ਖਰੀਦ ਸਕਦੇ ਹੋ। ਹੱਸਣ ਖੇਡਣ ਨੱਚਣ ਗਾਉਣ ਜਗ੍ਹਾ ਜਗ੍ਹਾ ਦੇ ਤਮਾਸ਼ੇ ਲੱਗੇ ਹੋਏ ਨੇ, ਪਰ ਜਿਹੜਾ ਮਹਾਰਾਜ ਦਾ ਨਾਮ ਧਨ ਹੈ, ਗੁਰਬਾਣੀ ਦਾ ਧਨ ਹੈ, ਸੇਵਾ ਸਿਮਰਨ ਕਥਾ ਕੀਰਤਨ ਹੈ, ਇਹ ਸੰਗਤ ਵਿੱਚੋਂ ਮਿਲੇਗਾ ਉਹਨੂੰ ਜਿਹਦੇ ਭਾਗ ਵੱਡੇ ਨੇ। ਬਿਨ ਭਾਗਾਂ ਧਨ ਨਾਹੀਂ ਜੀਓ, ਬਿਨਾਂ ਸ੍ਰੇਸ਼ਟ ਭਾਗਾਂ ਤੋਂ ਇਹ ਮਹਾਰਾਜ ਦਾ ਧਨ ਪ੍ਰਾਪਤ ਨਹੀਂ ਹੋ ਸਕਦਾ ਹੈ ਜੀ। ਅਵਗਣ ਮੁੱਠੀ ਜੇ ਫਿਰੈ, ਇਹ ਪਿਆਰੇ ਜੀ, ਜੇਕਰ ਜੀਵ ਰੂਪ ਇਸਤਰੀ ਕਾਮ ਆਦਿਕ ਰੂਪ ਅਵਗਣਾ ਕਰਕੇ ਲੁੱਟੀ ਫਿਰਦੀ ਹੈ, ਬਧਿਕ ਥਾਈ ਨ ਪਾਹੀ ਜੀਓ, ਤਾਂ ਜਿਵੇਂ ਸ਼ਿਕਾਰੀ ਨੂੰ ਵੇਖ ਕੇ ਜੰਗਲ ਦੇ ਪਸ਼ੂ ਪੰਛੀ ਲੁਕਣ ਨੂੰ ਥਾਂ ਨਹੀਂ ਪਾਉਂਦੇ,
ਇਉਂ ਜੀਵ ਰੂਪ ਇਸਤਰੀ ਕਾਲ ਰੂਪ ਸ਼ਿਕਾਰੀ ਦੇ ਆ ਜਾਣ ਕਰਕੇ ਕਿਤੇ ਵੀ ਲੁਕਣ ਵਾਲੀ ਥਾਂ ਨਹੀਂ ਪਾ ਸਕਦੀ। ਭਾਵ ਜਿੰਨਾ ਮਰਜ਼ੀ ਇਨਸਾਨ ਸਿਆਣਾ ਹੈ ਉਹ ਮੌਤ ਤੋਂ ਨਹੀਂ ਲੁਕ ਸਕਦਾ। ਮਛਲੀ ਜਾਲ ਨਾ ਜਾਣਿਆ, ਮੱਛੀ ਕਦੇ ਥੋੜ੍ਹੀ ਸਿਆਣੀ ਸੀਗੀ, ਸਿਆਣੀ ਤਾਂ ਮੱਛੀ ਵੀ ਬਥੇਰੀ ਸੀਗੀ, ਪਰ ਉਹਨੇ ਜਾਲ ਨੂੰ ਸਮਝਿਆ ਹੀ ਨਹੀਂ ਕਿ ਜਾਲ ਮੇਰੇ ਫਸਾਉਣ ਵਾਸਤੇ ਹੈ। ਸਰ ਖਾਰਾ ਅਸਗਾਹ, ਉਹ ਤਾਂ ਡੂੰਘੇ ਪਾਣੀਆਂ ਦਾ ਆਨੰਦ ਲੈਂਦੀ ਰਹੀ। ਅਤ ਸਿਆਣੀ ਸੋਹਣੀ, ਮੱਛੀ ਸੋਹਣੀ ਵੀ ਬੜੀ ਹੈ ਅਤੇ ਸਿਆਣੀ ਵੀ ਬੜੀ ਹੈ, ਪਰ ਕਰੇ ਕੀ, ਉਹ ਭਰੋਸਾ ਕਰ ਬੈਠੀ। ਉਹਨੂੰ ਪਤਾ ਹੀ ਨਹੀਂ ਲੱਗਾ ਵਿਚਾਰੀ ਨੂੰ ਖਾਣ ਦੇ ਲਾਲਚ ਵਿੱਚ ਮਾਸ ਜਾਂ ਆਟਾ ਲੱਗਾ ਹੋਇਆ, ਖਾਣ ਦੇ ਲਾਲਚ ਕੁੰਡੀ ਮੂੰਹ ਪਾ ਬੈਠੀ ਅਤੇ ਉਹ ਮੂੰਹ ਦੇ ਵਿੱਚੇ ਪਰੋਤੀ ਗਈ, ਜਾਨ ਵੀ ਨਾਲ ਹੀ ਗਈ। ਅਤੇ ਇਸ ਵਾਸਤੇ ਇਨਸਾਨ ਜਿਵੇਂ ਕਬੂਤਰ ਦਾਣੇ ਦੇ ਲਾਲਚ ਨੂੰ ਫਸ ਜਾਂਦਾ ਹੈ, ਮੁੜ ਕੇ ਦੁੱਖ ਭੋਗਦਾ ਇਨਸਾਨ ਖਾਣ ਪੀਣ ਪਹਿਨਣ ਭੋਗਣ ਦੇ ਲਾਲਚ ਵਿੱਚ ਮਾਇਆ ਦੇ ਵਿੱਚ ਫਸਿਆ ਹੋਇਆ। ਪਲਚ ਪਲਚ ਸਗਲੀ ਮੋਈ, ਜਿੰਨੀ ਦੁਨੀਆ ਸਭ ਫਸ ਫਸ ਕੇ ਮਰ ਰਹੀ ਹੈ ਝੂਠੇ ਧੰਦੇ ਮੋਹ, ਝੂਠੇ ਧੰਦਿਆਂ ਦੇ ਮੋਹ ਦੇ ਵਿੱਚ। ਤੋ ਇਸ ਲਈ ਕਦੀ ਵੀ ਲਾਲਚ ਨਹੀਂ ਕਰਨਾ ਚਾਹੀਦਾ। ਪ੍ਰਤੱਖ ਵੀ ਮੁਸ਼ਕਿਲ ਦੇ ਵਿੱਚ ਇਨਸਾਨ ਪੈਂਦਾ। ਤੋ ਮਹਾਰਾਜ ਕਹਿੰਦੇ ਨੇ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਸਗਾਹੋ, ਅਤ ਸਿਆਣੀ ਸੋਹਣੀ, ਕਿਉਂ ਕੀਤੋ ਵੇਸਾਹੋ, ਕੀਤੇ ਕਾਰਨ ਪਾਕੜੀ, ਕਾਲ ਨਾ ਟਰੈ ਸਰਾਹੋ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸ, ਪਵੈ ਅਚੰਤਾ ਜਾ। ਜਿਵੇਂ ਮੱਛੀ ਹੈ ਤਿਵੇਂ ਬੰਦਾ ਅਚਨਚੇਤ ਹੀ ਮੋਹ ਮਾਇਆ ਦੇ ਜਾਲ ਦੇ ਵਿੱਚ ਪੈ ਜਾਂਦਾ। ਜਾਂ ਬਦਕ ਥਾਏ ਨਾ ਬਾਹੇ ਜੀਓ, ਇਹ ਜੀਵ ਰੂਪ ਇਸਤਰੀ ਬਦਕ ਸ਼ਿਕਾਰੀ ਦੀ ਤਰ੍ਹਾਂ ਹਿੰਸਕ ਹੋ ਰਹੀ ਹੈ। ਭਾਵ ਜੀਵ ਘਾਤ ਕਰ ਰਹੀ ਹੈ ਅਤੇ ਬੇਜ਼ੁਬਾਨ ਜੀਵਾਂ ਨੂੰ ਮਾਰ ਰਹੀ ਹੈ। ਇਸ ਕਰਕੇ ਸਰੂਪ ਰੂਪੀ ਥਾਂ ਨੂੰ ਨਹੀਂ ਪਾ ਸਕਦੀ, ਜਾਂ ਇਹਦੇ ਕਰਮ ਥਾਂ ਹੀ ਨਹੀਂ ਪੈਂਦੇ। ਗੁਰ ਰਾਖੇ ਸੇ ਉਬਰੇ, ਹੇ ਪਿਆਰੇ ਜੀ, ਜੋ ਗੁਰਾਂ ਨੇ ਰੱਖ ਲਏ ਨੇ ਉਹੀ ਇਹਨਾਂ ਔਗਣਾਂ ਅਤੇ ਵਿਕਾਰਾਂ ਤੋਂ ਬਚੇ ਹਨ। ਸ਼ਬਦ ਰਤੇ ਮਨ ਮਾਹੇ ਜੀਓ, ਉਹੀ ਆਪਣੇ ਮਨ ਚਿੱਤ ਵਿੱਚ ਗੁਰਾਂ ਦੇ ਉਪਦੇਸ਼ ਜਾਂ ਬ੍ਰਹਮ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਹਨ। ਜਿਹੜੇ ਗੁਰਾਂ ਨੇ ਰੱਖ ਲਏ ਨੇ ਉਹੀ ਬਚੇ ਨੇ। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਹੇ ਪਿਆਰੇ ਜੀ, ਜਿਨ੍ਹਾਂ ਦੇ ਬਾਹਰੋਂ ਕੱਪੜੇ ਜਿਹੜੇ ਨੇ ਉਹ ਚਿੱਟੇ ਨੇ, ਉਜਲ ਹਨ, ਪਰ ਅੰਦਰੋਂ ਪਾਪਾਂ ਦੀ ਮੈਲ ਕਰਕੇ ਚਿੱਤ ਉਹਨਾਂ ਦਾ ਮੈਲਾ ਅਤੇ ਵਾਕਾਂ ਕਰਕੇ ਵੀ ਕਠੋਰ, ਉਹ ਸਖਤ ਨਿਰਦਈ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਤਿਨ ਮੁਖ ਨਾਮ ਨਾ ਉਪਜੈ। ਕੱਪੜਿਆਂ ਦਾ ਕੀ ਕਰਨਾ ਹੈ, ਮੂੰਹ ਤੋਂ ਤਾਂ ਕਦੀ ਵੀ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਦਾ ਨਾਮ ਹੀ ਪ੍ਰਗਟ ਨਹੀਂ ਹੁੰਦਾ। ਭਾਵ ਕਦੀ ਵਾਹਿਗੁਰੂ ਨਾਮ ਮੂੰਹ ਤੋਂ ਤਾਂ ਆਖਿਆ ਨਹੀਂ। ਜਿਹੜੇ ਕੱਪੜੇ ਪਾ ਕੇ ਅਤੇ ਕਹਿਣਾ ਵੀ ਮੇਰੇ ਵਰਗਾ ਤਾਂ ਦੁਨੀਆ 'ਚ ਹੈ ਹੀ ਕੋਈ ਨਹੀਂ, ਮੈਂ ਹੀ ਸੰਤ ਹਾਂ, ਮੈਂ ਹੀ ਸਾਧੂ ਹਾਂ, ਪਰ ਨਾਮ ਕਦੀ ਮੂੰਹ 'ਚੋਂ ਨਿਕਲਿਆ ਨਹੀਂ ਹੈ। ਜਾਂ ਉਹਨਾਂ ਦੇ ਹਿਰਦੇ ਅੰਦਰ ਮੁਖੀ ਪਰਮੇਸ਼ਰ ਦਾ ਨਾਮ ਕਦੀ ਪ੍ਰਗਟ ਨਹੀਂ ਹੁੰਦਾ। ਦੂਜੈ ਵਿਆਪੇ ਚੋਰ ਜੀਓ, ਸੋ ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਚੋਰ ਕਹੀਦੇ ਨੇ। ਚੋਰ, ਜੇ ਕੋਈ ਸਾਨੂੰ ਚੋਰ ਆਖੇ, ਆਪਾਂ ਤਾਂ ਇੱਕ ਕਦਮ ਨਹੀਂ ਅਗਲੇ ਨੂੰ ਜਾਣ ਦਿਆਂਗੇ। ਮੈਂ ਤਾਂ ਉੱਥੇ ਢਾਲੂੰਗਾ ਵੀ ਤੂੰ ਮੈਨੂੰ ਚੋਰ ਆਖਿਆ, ਅਤੇ ਆਖਿਆ ਕਿਵੇਂ, ਦੱਸ ਦੂੰ ਕਦੋਂ ਮੈਨੂੰ ਚੋਰੀ ਕਰਦਾ ਵੇਖਿਆ ਹੋਏ।
ਆਪਾਂ ਬੜਾ ਗੁੱਸਾ ਕਰਾਂਗੇ, ਉਹਨੂੰ ਪਕੜ ਲਵਾਂਗੇ। ਪਰ ਸਾਧ ਸੰਗਤ ਜੀਓ, ਕੱਪੜੇ ਸਾਡੇ ਚੱਟੇ ਨੇ, ਚਿੱਤ ਸਾਡਾ ਮੈਲਾ ਹੈ, ਪੱਥਰ ਦਿਲ ਹਾਂ। ਇਨਸਾਨ ਨਰਮ ਹੁੰਦਾ ਹੈ, ਪਰ ਸਾਡਾ ਦਿਲ ਪੱਥਰ ਵਰਗਾ ਹੈ, ਦਇਆ ਨਹੀਂ ਹੈ। ਤੇ ਅਸੀਂ ਚੋਰ ਹਾਂ, ਚੋਰ ਵੀ ਗੁਰਦੁਆਰੇ ਦੇ ਹਾਂ, ਕਿਸੇ ਘਰ ਦੇ ਚੋਰ ਨਹੀਂ ਹਾਂ, ਗੁਰਦੁਆਰੇ ਦੇ ਚੋਰ ਹਾਂ। ਮਹਾਰਾਜ ਨੇ ਚੋਰ ਕਿਹਨਾਂ ਨੂੰ ਆਖਿਆ ਹੈ? ਜਿਹੜਾ ਕਿਸੇ ਦੀ ਚੀਜ਼ ਨੂੰ ਲੁਕਾ ਲਏ ਉਹਨੂੰ ਚੋਰ ਕਹਿੰਦੇ ਨੇ। ਆਪਾਂ ਚੋਰ ਹਾਂ। ਕਿਉਂ ਚੋਰ ਹਾਂ? ਕਿਉਂਕਿ ਪ੍ਰਮਾਤਮਾ ਨੇ ਸਾਨੂੰ ਨਾਮ ਬਖਸ਼ਿਆ ਹੈ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤਾਂ ਸਵਾਸ ਸਵਾਸ ਨਾਮ ਜਪਦਾ ਹੈ। ਉਦੋਂ ਦਾ ਤਰਲੇ ਮਾਰਦਾ, ਮਿੰਨਤਾਂ ਕਰਦਾ, ਹੱਥ ਜੋੜਦਾ, ਮੈਨੂੰ ਬਾਹਰ ਕੱਢ, ਦੁਨੀਆ ਦੇ ਦਰਸ਼ਨ ਕਰਾ। ਮੈਂ ਘੱਟ ਤੋਂ ਘੱਟ 2.5 ਘੰਟੇ ਵਾਹਿਗੁਰੂ ਵਾਹਿਗੁਰੂ ਕਰਾਂਗਾ। ਉਦੋਂ 10ਵਾਂ ਦੁਆਰ ਖੁੱਲ੍ਹਿਆ ਹੁੰਦਾ, ਨਾਮ ਪ੍ਰਗਟ ਹੁੰਦਾ। ਪਰ ਜੰਮਦੋਂ ਮਾਇਆ ਮੋਹਿਆ, ਜੰਮਦਿਆਂ ਸਾਰੀ ਆਪਾਂ ਚੋਰ ਬਣ ਗਏ। ਜਿਹੜਾ ਨਾਮ ਸੀਗਾ ਉਹਨੂੰ ਲੁਕਾ ਕੇ ਢਿੱਡ ਵਿੱਚ ਬੈਠ ਗਏ। ਨਾਮ ਦਾ ਜਾਪ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸਾਡੀ ਧੁਨੀ ਦੇ ਵਿੱਚ ਪਰਾ ਬਾਣੀ ਦੁਆਰਾ ਜਿਹੜਾ ਬੱਚਾ ਸਿਮਰਨ ਕਰਦਾ ਹੁੰਦਾ ਉਹ ਸਿਮਰਨ ਹੋ ਰਿਹਾ, ਹਿਰਦੇ ਦੇ ਵਿੱਚ ਮਹਾਰਾਜ ਦਾ ਨਾਮ ਹੋ ਰਿਹਾ ਹੈ। ਅਜੱਪਾ ਜਾਪਣਾ ਵਿਸਰੈ ਆ ਜੁਗਾਤ ਸਮਾਏ, ਪਰ ਅਸੀਂ ਉਹਨੂੰ ਲੁਕਾਇਆ ਹੋਇਆ ਹੈ। ਲੁਕਾਇਆ ਕਿਵੇਂ ਹੈ? ਭਈ ਆਪਾਂ ਉਹਨੂੰ ਸੁਣਦੇ ਨਹੀਂ ਹਾਂ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਧਰਤੀ ਹੇਠ ਵਸੰਦਾ ਪਾਣੀ, ਪਰ ਲੁਕਿਆ ਹੋਇਆ ਹੈ, ਮਿੱਟੀ ਦਾ ਪੜਦਾ ਹੈ। ਜਦ ਆਪਾਂ ਬੋਰ ਕਰਦੇ ਹਾਂ, ਪੁਰਾਣਾ ਟਾਈਮ ਸੀਗਾ, ਖੂਹ ਆਦਿਕ ਪੁੱਟਿਆ ਜਾਂਦਾ। ਅੱਜ ਕੱਲ੍ਹ ਟਿਊਬ ਵੈੱਲ, ਮਸ਼ੀਨੀ ਬੋਰ ਲੱਗਾ, ਵਿੱਚ ਟਿਊਬਾਂ ਪਾ ਕੇ ਜਾਂ ਹੈਂਡ ਪੰਪ ਲਾ ਕੇ ਉਹ ਪਾਣੀ ਪਾਵਰ ਦੇ ਨਾਲ ਜਾਂ ਹੱਥੀਂ ਹਿਲਾਉਣ ਦੇ ਨਾਲ ਉੱਪਰੋਂ ਪਾਣੀ ਪਾ ਕੇ ਫਿਰ ਇਹ ਹੇਠਲਾ ਪਾਣੀ ਪ੍ਰਗਟ ਕੀਤਾ ਜਾਂਦਾ ਹੈ। ਤੋ ਇੰਜ ਉੱਪਰੋਂ ਪਾਣੀ ਪਾਉਣ ਦੀ ਤਰ੍ਹਾਂ ਜ਼ਬਾਨ ਦੇ ਨਾਲ ਵਾਹਿਗੁਰੂ ਨਾਮ ਨੂੰ ਜਪਿਆ ਹੀ ਨਹੀਂ। ਜੋ 5 ਪਿਆਰਿਆਂ ਨੇ ਮੂਲ ਮੰਤਰ ਵਾਹਿਗੁਰੂ ਨਾਮ ਦਿੱਤਾ ਸੀ, ਉਹਨੂੰ ਆਪਾਂ ਲੁਕਾ ਕੇ ਰੱਖ ਲਿਆ, ਕਦੀ ਉੱਚੀ ਬੋਲ ਕੇ ਪ੍ਰਗਟ ਨਹੀਂ ਕੀਤਾ। ਤੋ ਇਉਂ ਰੱਬ ਦੇ ਨਾਮ ਨੂੰ ਲੁਕਾਉਣ ਕਰਕੇ ਆਪਾਂ ਚੋਰ ਹਾਂ। ਮਹਾਰਾਜ ਕਹਿੰਦੇ ਤੇ ਸਾਖਤ ਚੋਰ, ਉਹ ਸਾਖਤ ਨੇ, ਚੋਰ ਨੇ, ਜਿਨ੍ਹਾਂ ਨਾਮ ਵਿਸਾਰਿਆ, ਜਿਨ੍ਹਾਂ ਵਾਹਿਗੁਰੂ ਦਾ ਨਾਮ ਭੁਲਾਇਆ ਹੋਇਆ। ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਨੇ ਮਹਾਰਾਜ ਦਾ ਨਾਮ ਚੇਤੇ ਕੀਤਾ ਹੈ ਤੇ ਸਾਨੂੰ ਚੇਤੇ ਕਰਵਾਇਆ ਹੈ ਕਿ ਭਲਿਆ ਮਾਨਸਾ ਇੱਧਰ ਆ, ਤੈਨੂੰ ਦਸੀਏ। ਗੁਰੂ ਤੇਗ ਬਹਾਦਰ ਨੇ ਬਾਣੀ ਵਿੱਚ ਲਿਖਿਆ, ਚੇਤਨਾ ਹੈ ਤੋ ਚੇਤ ਲੈ। ਤੈਨੂੰ ਚੇਤਾ ਹੈ ਕਿ ਮੈਂ ਰੱਬ ਨਾਲ ਇਕਰਾਰ ਕੀਤਾ ਸੀਗਾ ਵੀ ਜੇ ਮੈਨੂੰ ਜਨਮ ਦਿੱਤਾ ਮੈਂ ਨਾਮ ਜਪੂੰਗਾ। ਆ ਮੈਂ ਤੈਨੂੰ ਚੇਤਾ ਕਰਾਵਾਂ। ਚੇਤਨਾ ਤੇਰੇ 'ਚ ਬੁੱਧੀ ਹੈ, ਕੋਈ ਲਿਆਕਤ ਹੈ ਕਿ ਮੂਰਖੀ ਰਹਿਣਾ ਸਾਰੀ ਉਮਰ? ਕੋਈ ਸਿਆਣਿਆਂ ਵਾਲੀ ਗੱਲ ਕਰ। ਤੂੰ ਰੱਬ ਦਾ ਨਾਮ ਜੋ ਜਪਣ ਲਈ ਆਇਆ ਉਹ ਤੂੰ ਜਪਦਾ ਨਹੀਂ, ਪਿੱਛੇ ਮਾਇਆ ਦੇ ਦੌੜੀ ਫਿਰਦਾ ਹੈ। ਤੋ ਜਿਹਦੇ 'ਚੋਂ ਨਿਕਲਿਆ ਤੂੰ ਉਹਦੇ ਮਗਰ ਹੀ ਵਿਕਾਰਾਂ ਦੇ ਵਿੱਚ ਲੱਗਾ ਫਿਰਦਾ। ਤੋ ਭਗਮੁਖ ਜਨਮ ਜੋ ਭਗੋਇਆ, ਇਹ ਕਿੱਧਰ ਦੀ ਸਿਆਣਪ ਹੈ? ਮੂਰਖ ਨਹੀਂ ਬਣੀਦਾ, ਸਿਆਣਾ ਬਣ। ਚੇਤਨਾ, ਜੇ ਤੇਰੇ 'ਚ ਬੁੱਧੀ ਹੈ, ਕੋਈ ਸਿਆਣਪ ਹੈ ਤੋ ਚੇਤ ਲੈ। ਤੂੰ ਮਹਾਰਾਜ ਦਾ ਨਾਮ ਚੇਤੇ ਕਰ ਲਾ। ਨਿਸ ਦਿਨ ਮੈਂ ਪ੍ਰਾਣੀ, ਦਿਨ ਵੀ ਆ ਰਾਤ ਵੀ। ਤੋ ਇਸ ਤਰ੍ਹਾਂ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਭੇਟੀ ਹੈ। ਇਹ ਮਨਾ ਤ੍ਰਿਗ ਤਿਰਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਿਖਾਏ। ਤੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਨ ਗੁਰ ਕੀ ਪੈਜ ਨ ਭਾਏ। ਜਿਨ੍ਹਾਂ ਨੂੰ ਮਹਾਰਾਜ ਦੀ ਪ੍ਰਭਤਾ ਨਹੀਂ ਸਿਖਾਉਂਦੀ, ਉਹ ਸਿਆਹ ਕਾਲੇ ਚਿਹਰੇ ਵਾਲੇ ਅਧਰਮੀ ਰੱਬ ਦੇ ਚੋਰ ਹਨ। ਜਿਹੜੇ ਮਹਾਰਾਜ ਦਾ ਨਾਮ ਨਹੀਂ ਜਪਦੇ ਤੇ ਮਹਾਰਾਜ ਦੇ ਨਾਮ ਨੂੰ ਭੁਲਾਇਆ ਹੋਇਆ, ਉਹ ਗੁਰੂ ਘਰ ਦੇ ਪੱਕੇ ਚੋਰ ਹਨ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ, ਉਹਨਾਂ ਦੇ ਨਾਮ ਤੋਂ ਵਾਹਿਗੁਰੂ।
ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ। ਚਿੱਟੇ ਜਿਨਕੇ ਕੱਪੜੇ ਕੱਪੜੇ ਤਾਂ ਵੇਖਣ ਨੂੰ ਜਿਨ੍ਹਾਂ ਦੇ ਚਿੱਟੇ ਹਨ, ਮੈਲੇ ਚਿਤ ਕਠੋਰ ਜੀਓ। ਪਰ ਇਹ ਪਿਆਰੇ ਜੀਓ ਪਾਪਾਂ ਦੀ ਮੈਲ ਕਰਕੇ ਉਹਨਾਂ ਦੇ ਜਿਹੜੇ ਚਿੱਤ ਹਨ ਉਹ ਬੜੇ ਕਠੋਰ ਬੜੇ ਸਖਤ ਹਨ। ਤਿਨ ਮੁਖ ਨਾਮ ਨਾ ਉਪਜੈ। ਇਹ ਪਿਆਰੇ ਜੀ ਉਹਨਾਂ ਦੇ ਮੂੰਹੋਂ ਕਦੀ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਪ੍ਰਗਟ ਨਹੀਂ ਹੁੰਦਾ, ਕਦੀ ਉਹ ਨਾਮ ਨਹੀਂ ਜਪਦੇ। ਦੂਜੈ ਵਿਆਪੈ ਚੋਰ ਜੀਓ। ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਚੋਰ ਕਹੀਦੇ ਨੇ। ਕਰੈ ਦੁਖ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਕਰਦਾ ਦੋਹ ਕਰਮ ਹੈ ਖੋਟੇ ਕੰਮ, ਦਿਖਾਉਂਦਾ ਕੁਝ ਹੋਰ ਹੈ ਵੀ ਮੈਂ ਸਾਧੂ ਹਾਂ, ਮੈਂ ਧਾਰਮਿਕ ਹਾਂ, ਪਰ ਰੱਬ ਦੀ ਦਰਗਾਹ ਦੇ ਵਿੱਚ ਚੋਰ ਦੀ ਤਰ੍ਹਾਂ ਉਹ ਵੱਜਿਆ ਜਾਂਦਾ ਹੈ। ਨਿਤ ਨਿਫਲ ਕਰਮ ਕਮਾਵੇ ਵਫਾਵੇ ਦੁਰਮਤੀਆ। ਖੋਟੀ ਬੁੱਧ ਵਾਲਾ ਪੁਰਸ਼ ਹਮੇਸ਼ਾ ਨਿਸਫਲ ਕੰਮ ਕਰਦਾ ਤੇ ਸੰਸਾਰ ਵਾਲਾ ਫੁੱਲਿਆ ਫਿਰਦਾ ਹੈ। ਜਬ ਜਾਣੇ ਬਲਵੰਜ ਕਰ ਝੂਠ ਤਬ ਜਾਣੇ ਜਗ ਜਿਤੀਆ। ਠੱਗੀ ਬੱਗੀ ਤੇ ਕੂੜ ਦੀ ਕਮਾਈ ਕਰਕੇ ਜਦੋਂ ਕੁਛ ਘਰ ਲਿਆਉਂਦਾ ਤੇ ਬੜਾ ਖੁਸ਼ ਹੁੰਦਾ ਵੀ ਮੈਂ ਸਾਰਾ ਸੰਸਾਰ ਫਤਿਹ ਕਰ ਲਿਆ, ਸਾਰਾ ਕੁਝ ਹੀ ਜਿੱਤ ਕੇ ਆ ਗਿਆ। ਐਸਾ ਬਾਜੀ ਸਹਿਸਾਰ ਨਾ ਜਿੱਤੈ। ਇਹੋ ਜਿਹੀ ਜਗਤ ਦੀ ਖੇਡ ਹੈ ਕਿ ਪ੍ਰਾਣੀ ਹੋਰ ਸਭ ਕੁਝ ਕਰਦਾ ਪਰ ਰੱਬ ਦਾ ਨਾਮ ਨਹੀਂ ਕਦੀ ਚੇਤੇ ਕਰਦਾ। ਨਾ ਚੇਤੈ ਹਰਨਾਮਾ, ਕਦੀ ਚੇਤੇ ਨਹੀਂ ਕਰਦਾ। ਖਿਰ ਮੈਂ ਮਿਰਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ। ਐ ਮੇਰਿਆ ਮਨਾ ਇੱਕ ਮੋਹਤ ਵਿੱਚ ਇਹ ਸਾਰੀ ਝੂਠੀ ਖੇਡ ਨਾਸ ਹੋ ਜਾਊਗੀ। ਇਹ ਮੇਰੀ ਜਿੰਦੇ ਤੂੰ ਮਾਲਕ ਦਾ ਸਿਮਰਨ ਕਰ। ਰਹਾਓ ਸਾ ਵੇਲਾ ਚਿਤ ਨਾ ਆਵੇ, ਉਹ ਸਮਾਂ ਮੇਰੇ ਮਨ 'ਚ ਨਹੀਂ ਆਉਂਦਾ। ਜੇ ਤਾਏ ਕੰਡ ਕਾਲ ਗਰਸੈ ਜਾਂ ਦੁਖਦਾਈ ਮੌਤ ਆ ਕੇ ਮੈਨੂੰ ਪਕੜ ਲਵੇਗੀ। ਤੇ ਸਨਾਨਕ ਲਈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ। ਵਾਹਿਗੁਰੂ ਜੇ ਤੇ ਕਿਰਪਾ ਕਰਕੇ ਆਪਦੇ ਹਿਰਦੇ ਮਨੁੱਖ ਦੇ ਹਿਰਦੇ 'ਚ ਆਪਦਾ ਨਾਮ ਵਸਾ ਦੇਗਾ, ਉਹੀ ਛੁੱਟ ਸਕਦਾ ਹੈ। ਤਿਨ ਮੁਖ ਨਾਮ ਨਾ ਉਪਜੈ। ਹਰੇਕ ਲਿਸ਼ਕਦੀ ਚੀਜ਼ ਅਸਲੀ ਨਹੀਂ ਹੁੰਦੀ। ਸਿਆਣਿਆਂ ਦਾ ਕਹਿਣਾ ਹਰੇਕ ਚਿੱਟ ਕੱਪੜੀਆ ਬਾਬਾ ਨਹੀਂ ਹੁੰਦਾ, ਸੰਤ ਨਹੀਂ ਹੁੰਦਾ। ਠੱਗਾਂ ਨੇ ਵੀ ਕੱਪੜੇ ਪਾਏ ਹੁੰਦੇ ਨੇ ਬੜੇ ਸੋਹਣੇ ਸੋਹਣੇ, ਵੇਖਣ ਨੂੰ ਜਾਪਦੇ ਨੇ ਵੀ ਠੱਗ ਹੋਣਗੇ। ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ। ਗਲੀ ਜਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ। ਹੋਏ ਹਰ ਕੇ ਸੰਤ ਨ ਆਖੀਐ ਬਾਨਾਰਸ ਕੇ ਠੱਗ। ਐਸੀ ਸੰਤ ਨ ਮੁਖ ਭਾਵੈ ਡਾਲਾ ਸਿਉ ਪੇ ਡਾਗੜ ਕਾਵੈ। ਰਹਾ ਬਸਨ ਮਾਂ ਚਰਾਵੈ ਉਪਰ ਕਾਠੀ ਧੋਏ ਜਲਾਵੈ। ਬਸ ਦਾ ਖੋਦ ਕਰੇ ਦੋਏ ਚੂਲੇ ਸਾਰੇ ਮਾਨ ਸਿਖਾਵੈ। ਓਏ ਪਾਪੀ ਫਿਰੈ ਅਪਰਾਧੀ ਮੁਖੋਂ ਪਰਸ ਕਹਾਵੈ। ਤੋ ਇਸ ਲਈ ਧਰਮ ਦੇ ਨਾਮ 'ਤੇ ਠੱਗੀ ਛੇਤੀ ਵੱਜਦੀ ਹੈ, ਕਿਉਂਕਿ ਆਮ ਲੋਕ ਧਰਮ 'ਤੇ ਵਿਸ਼ਵਾਸ ਕਰਦੇ ਨੇ। ਇਸ ਲਈ ਸੋ ਮਹਾਰਾਜ ਕਹਿੰਦੇ ਮੁਖੋਂ ਨਾਮ ਦਾ ਉਹ ਜਪਦੇ ਨਹੀਂ ਹਨ। ਦੂਜੈ ਵਿਆਪੈ ਚੋਰ ਜੀਓ। ਦਵੈਤ ਭਾਵ ਦੇ ਵਿੱਚ ਲੱਗਣ ਦੇ ਨਾਲ ਰੱਬ ਦੀ ਦਰਗਾਹ ਦੇ ਵਿੱਚ ਚੋਰ ਕਹੀਦੇ। ਕਰੈ ਦੋ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਮੂਲ ਨਾ ਬੁਝੈ ਆਪਣਾ। ਸੋ ਉਹ ਆਪਣਾ ਜਾਣ ਕੇ ਮੁੱਢਰੂ ਬ੍ਰਹਮ ਨੂੰ ਬੁੱਝਣਾ ਨਹੀਂ ਕਰਦੇ। ਸੇ ਪਸੂਆ ਸੇ ਢੋਰ ਜੀਓ। ਇਹ ਪਿਆਰੇ ਜੀ ਉਹ ਤਾਂ ਪਸ਼ੂਆਂ ਤੋਂ ਵੀ ਢੋਰ ਪਸ਼ੂ ਨੇ, ਜਿਹੜੇ ਤਾਂ ਦੁੱਧ ਦਿੰਦੇ ਨੇ। ਮੱਝਾਂ ਗਾਵਾਂ ਆਦਿਕ ਹਰਿਆ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ। ਪਸ਼ੂ ਮਿਲੇ ਚੰਗਿਆਈਆਂ, ਉਹਨਾਂ ਨੂੰ ਚੰਗਿਆਈਆਂ ਮਿਲਦੀਆਂ। ਖੜ ਖਾਵੇ ਅੰਮ੍ਰਿਤ ਦੇ, ਜਿਹੜੇ ਖੜਿਆ ਹਰਿਆ ਪੱਠਾ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ। ਨਾਮ ਵਿਹੁਨੇ ਨਾਨਕਾ ਤ੍ਰਿਗ ਜੀਵਨ ਕਰਮ ਕਰੇ।
ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਤੇ ਨਾਮ ਵੀ ਹੋਣੇ ਨਾਨਕਾ ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਨਾ ਕੰਮਾਂ 'ਚ ਤੁਰੇ ਫਿਰਦੇ ਉਹਨਾਂ ਨੂੰ ਤ੍ਰਿਗਾਕਾਰ ਲਾਹਨਤ ਹੈ। ਇੱਕ ਪਸ਼ੂ ਦੁਧਾਰੂ ਨੇ, ਅਤੇ ਜਿਹੜੇ ਉਹਨਾਂ ਦਾ ਚਾਰਾ ਢੋਣ ਵਾਲੇ ਨੇ, ਜਿਨ੍ਹਾਂ ਨੂੰ ਆਪਾਂ ਗੱਡੇ ਅੱਗੇ ਜੋਂਦੇ ਸੀ। ਅੱਜ ਕੱਲ੍ਹ ਤਾਂ ਟਰੈਕਟਰ ਟਰਾਲੀਆਂ ਆ ਗਏ। ਪੁਰਾਣਾ ਟਾਈਮ ਸੀ ਝੋਟਿਆਂ ਨੂੰ ਬਲਦਾਂ ਨੂੰ ਗੱਡੇ ਅੱਗੇ ਜੋ ਕੇ ਅਤੇ ਕੱਖ ਖਾਣ ਪੱਠੇ ਆਦਿਕ ਲਿਆਈ ਦੇ। ਚਾਰਾ ਢੋਣ ਵਾਲਿਆਂ ਨੂੰ ਢੋਰ ਪਸ਼ੂ ਕਹਿੰਦੇ ਨੇ। ਜਿਹੜੇ ਹਲ ਅੱਗੇ ਲਾਈ ਦੇ ਨੇ ਬਲਦ ਆਦਿਕ, ਜਿਹੜੀ ਜੋਕ ਹਲ ਵਾਹੁੰਦੀ ਹੈ ਉਹਨੂੰ ਢੋਰ ਪਸ਼ੂ ਕਹਿੰਦੇ। ਤੋ ਇੰਝ ਪਾਤਸ਼ਾਹ ਕਹਿੰਦੇ ਕਿ ਸੇ ਪਸ਼ੂਆ ਸੇ ਢੋਰ ਜੀਓ। ਉਹ ਪਸ਼ੂ ਨੇ ਢੋਰ ਪਸ਼ੂ ਦੀ ਤਰ੍ਹਾਂ, ਜਿਹੜੇ ਮੂਲ ਨਾ ਬੁਝੇ ਆਪਣਾ ਆਪ ਦਾ ਮੁੱਢ ਨਹੀਂ ਸਮਝਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਰ ਕਹਿੰਦੇ ਤੂੰ ਅਸਲੀ ਸਰੂਪ ਪਹਿਚਾਣਦਾ ਨਹੀਂ, ਤੂੰ ਆਤਮਾ ਨੂੰ ਪਹਿਚਾਣ, ਤੂੰ ਜੋਤੀ ਸਰੂਪ ਹੈ ਮੇਰੇ ਮਨ। ਜੇ ਨਹੀਂ ਤਾਂ ਫਿਰ ਪਸ਼ੂ ਤੋਂ ਵੱਧ ਕੁਝ ਵੀ ਨਹੀਂ। ਨਾਮ ਵੀ ਹੋਣ ਜੀਵਨ ਕੌਣ ਕਾਮ, ਮਰ ਨਾ ਜਾਹੀ ਜਿਨਾ ਬਿਸਰਤ ਰਾਮ। ਨਾਮ ਵੀ ਹੋਣ ਜੀਵਨ ਕੌਣ ਕਾਮ। ਕਹਿੰਦੇ ਗੌੜੀ ਮਹੱਲਾ ਪੰਜਵਾ, ਦੁਲੱਭ ਦੇ ਪਾਈ ਵਡ ਭਾਗੇ। ਵੱਡੇ ਭਾਗਾਂ ਦੇ ਨਾਲ ਇਹ ਮਨੁੱਖਾਂ ਦੇ ਮਿਲੀ ਆ। ਨਾਮ ਨਾ ਜਪੈ ਤੇ ਆਤਮ ਘਾਤੀ। ਜੇ ਨਾਮ ਨਹੀਂ ਜਪਦਾ ਤਾਂ ਆਤਮ ਘਾਤੀ ਹੈ। ਮਰ ਨਾ ਜਾਹੀ ਜਨ ਬਿਸਰਤ ਰਾਮ। ਉਹ ਮਰ ਕਿਉਂ ਨਹੀਂ ਜਾਂਦੇ ਜਿਹਨਾਂ ਨੂੰ ਰਾਮ ਭੁੱਲ ਜਾਂਦਾ। ਨਾਮ ਵੀ ਹੁਣ ਜੀਵਨ ਕੌਣ ਕਾਮ। ਨਾਮ ਤੋਂ ਬਗੈਰ ਜ਼ਿੰਦਗੀ ਦਾ ਕਿਹੜਾ ਕੰਮ ਹੈ ਦੱਸੋ ਭਾਈ। ਆਇਆ ਤਿਨਕਾ ਸਫਲ ਪਾਇਆ ਹੈ, ਇੱਕ ਮੰਜਣੀ ਤੇ ਆਇਆ। ਜਿਹਨਾਂ ਨਾਮ ਤੇ ਆਇਆ ਉਹਨਾਂ ਦਾ ਆਉਣਾ ਸਫਲ ਹੈ, ਬਾਕੀ ਤਾਂ ਫਜ਼ੂਲ ਹੀ ਹਨ। ਖਾਤ ਪੀਤ ਖੇਲਤ ਹਸਤ ਵਿਸਤਾਰ, ਕਮਨ ਅਰਥ ਮਿਰਤਕ ਸੀਗਾਰ। ਜੋ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਚੀਜ਼ਾਂ ਤਾਂ ਪਸ਼ੂਆਂ ਦੇ ਵਿੱਚ ਵੀ ਨੇ, ਉਹਨਾਂ ਦੇ ਉੱਪਰ ਵੀ ਪੱਖੇ ਲੱਗੇ ਨੇ। ਠੰਡੇ ਪਾਣੀ ਨਾਲ ਨਹਾਉਂਦੇ ਧੋਂਦੇ ਦੋਵੇਂ ਟਾਈਮ, ਖੁੱਲ੍ਹਾ ਖਾਂਦੇ ਨੇ, ਰੱਜ ਕੇ ਸੌਂਦੇ ਨੇ। ਕੋਈ ਘਾਟ ਥੋੜ੍ਹਾ ਬੰਦੇ ਨਾਲੋਂ। ਜੇ ਇਨਸਾਨ ਬਣ ਕੇ ਵੀ ਇਹਨਾਂ ਕੰਮਾਂ 'ਚ ਲੱਗਾ ਰਿਹਾ, ਫਿਰ ਕਮਨ ਅਰਥ ਮਿਰਤਕ ਸੀਗਾਰ। ਕਿਸ ਕੰਮ ਹੋਇਆ? ਇੰਨਾ ਸੋਹਣਾ ਬੜਾ ਸਰੀਰ ਪਾ ਕੇ ਸਮਝ ਲਓ ਵੀ ਮੁਰਦਾ ਹੀ ਹੈ। ਜੋ ਨਾ ਸੁਣੈ ਜਸ ਪਰਮਾਨੰਦਾ। ਜਿਹੜਾ ਪਰਮਾਨੰਦ ਵਾਹਿਗੁਰੂ ਦਾ ਜਸ ਨਹੀਂ ਸੁਣਦਾ, ਪਸ ਪੰਖੀ ਤ੍ਰਿਗਦ ਜੋਨ ਦੇ ਮੰਦਾ। ਉਹ ਪਸ਼ੂ ਤੋਂ ਪੰਛੀ ਤੋਂ ਤ੍ਰਿਗਦ ਜੂਨਾਂ ਤੋਂ ਵੀ ਮਾੜਾ ਜੇ ਬੰਦਾ ਬਣ ਕੇ ਗੁਰਦੁਆਰੇ ਨਹੀਂ ਆਇਆ, ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ। ਜੇ ਕੋਈ ਡੰਗਰ ਪਸ਼ੂ ਆ ਜਾਏ, ਕੁੱਤਾ ਬਿੱਲਾ, 500 ਲਈ ਡੰਡਾ ਮਾਰ ਕੇ ਭਜਾ ਦਿਆਂਗੇ ਵੀ ਤੇਰਾ ਕੀ ਕੰਮ ਹੈ ਜੀ। ਮਤਲਬ ਜਿੰਨਾ ਉਪਦੇਸ਼ ਹੈ, ਜਿੰਨੀ ਵੀ ਧਾਰਮਿਕ ਸਥਾਨ ਨੇ ਉਹ ਬੰਦਿਆਂ ਲਈ ਬਣਾਏ ਨੇ। ਜੇ ਬੰਦੇ ਦੀ ਜੂਨ ਪਾ ਕੇ ਵੀ ਬੰਦਾ ਨਹੀਂ ਆਇਆ ਤਾਂ ਦੱਸੋ ਫਿਰ ਕਿਸ ਕੰਮ ਹੈ। ਜੋ ਨਾ ਸੁਣੈ ਜਸ ਪਰਮਾਨੰਦਾ। ਜਿਹੜਾ ਵਾਹਿਗੁਰੂ ਦਾ ਜਸ ਬਾਣੀ ਵਿੱਚ ਲਿਖਿਆ ਹੋਇਆ, ਕਥਾ ਕੀਰਤਨ ਗੁਰਬਾਣੀ ਦਾ ਪਾਠ, ਜਿਹੜਾ ਮਹਾਰਾਜ ਦਾ ਜਸ ਬਾਣੀ ਨੂੰ ਨਹੀਂ ਸੁਣਦਾ, ਉਹ ਪਸ਼ੂ ਪੰਛੀ ਪਸ ਪੰਖੀ ਤ੍ਰਿਗਦ ਜੋਨ ਦੇ ਮੰਦਾ, ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਵਾਂ ਦੀਆਂ ਜੋਨੀਆਂ ਨਾਲੋਂ ਵੀ ਮਾੜਾ ਹੈ। ਇਸ ਲਈ ਸਾਨੂੰ ਤਾਂ ਭਾਈ ਗੁਰੂਆਂ ਨੇ ਪੰਜਾਂ ਪਿਆਰਿਆਂ ਦੁਆਰਾ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਾਹੇ ਸਮਾਇਆ। ਸੋ ਮਹਾਰਾਜ ਨੇ ਗੁਰ ਮੰਤਰ ਦ੍ਰਿੜ ਕਰਾਇਆ। ਸਾਡੇ ਹਿਰਦੇ 'ਚ ਤਾਂ ਕੇਵਲ ਵਾਹਿਗੁਰੂ ਦਾ ਨਾਮ ਸਮਾਇਆ ਹੈ। ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ, ਮੂਲ ਨਾ ਬੁਝੈ ਆਪਣਾ। ਜੋ ਮੁੱਢ ਬ੍ਰਹਮਣ ਨੂੰ ਸਮਝਦੇ ਨਹੀਂ ਹਨ, ਸੇ ਪਸ਼ੂਆ ਸੇ ਢੋਰ ਜੀਓ। ਉਹ ਹਾਲ ਗੱਡੇ ਅੱਗੇ ਜੋਣ ਵਾਲੇ ਪਸ਼ੂ ਢੋਰ ਪਸ਼ੂ ਹਨ। ਜਾਂ ਤਾਂ ਪਸ਼ੂਆਂ ਦੀ ਤਰ੍ਹਾਂ, ਪਸ਼ੂਆਂ ਨਾਲੋਂ ਵੀ ਬਣਤਰ ਮੁਰਦਾਰ ਪਸ਼ੂਆਂ ਨੂੰ ਢੋਣ ਵਾਲੇ ਖੋਤੇ ਖੱਚਰਾਂ ਦੀ ਤਰ੍ਹਾਂ ਹੈ। ਜਾਂ ਪਸ਼ੂਆਂ ਦੀ ਨਿਆਈ ਮੰਦ ਬਿਰਤੀ ਵਾਲੇ ਨੇ, ਹਰ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ
ਆਪਣੇ ਦੇਹ ਰੂਪੀ ਮਰਦਾਰ ਨੂੰ ਢੂੰਡਦੇ ਰਹਿੰਦੇ ਨੇ। ਨਿਤ ਨਿਤ ਖੁਸ਼ੀਆਂ ਮਨ ਕਰੇ। ਉਹ ਨਿਤ ਪ੍ਰਤੀ ਪਦਾਰਥਾਂ ਨੂੰ ਪਾ ਕੇ ਮਨ ਵਿੱਚ ਖੁਸ਼ੀਆਂ ਕਰਦੇ ਹਨ। ਨਿਤ ਨਿਤ ਮੰਗੈ ਸੁਖ ਜੀਓ। ਨਿਤ ਪ੍ਰਤੀ ਵਿਸ਼ੇ ਸੁਖ ਨੂੰ ਮੰਗਦੇ ਹਨ। ਕਰਤਾ ਚਿਤ ਨਾ ਆਵਈ। ਭਾਵ ਗੁਰਦੁਆਰੇ ਆ ਕੇ ਵੀ ਬੁਰੀ ਭਾਵਨਾ ਦੀ ਅਰਦਾਸ ਕਰਨੀ। ਆ ਜਿਸ ਤਰ੍ਹਾਂ ਦੇ ਜਾਦੂ ਟੂਣ ਵਾਲੇ ਬਾਬੇ ਹੁੰਦੇ ਨੇ, ਉਹਨਾਂ ਲੈ ਕੇ ਲਾਇਆ ਹੁੰਦਾ ਕਿਸੇ ਦੀ ਪਿਆਰ ਵਿੱਚ ਅਸਫਲਤਾ, ਅਸੀਂ ਉਹਨੂੰ ਸਫਲ ਕਰਾਉਣੇ ਆ ਜੀ, ਅਤੇ ਕਿਸੇ ਦੇ ਜਾਦੂ ਪਾਉਣਾ ਹੈ, ਉਹ ਸਾਡੇ ਕੋਲ ਆਓ। ਇਸ ਤਰ੍ਹਾਂ ਦੀਆਂ ਗਲਤ ਗੱਲਾਂ ਆਪਾਂ ਪੈਸੇ ਦੇ ਕੇ ਜਾਦੂ ਟੂਣੇ ਵਾਲਿਆਂ ਕੋਲੋਂ ਹੱਲ ਕਰਾਉਣੇ ਆ। ਕਈ ਵਾਰ ਮਾੜੀ ਬਿਰਤੀ ਵਾਲਾ ਇਨਸਾਨ ਉਹ ਮਹਾਰਾਜ ਨੂੰ ਵੀ ਇਸ ਤਰ੍ਹਾਂ ਕਹਿ ਸਕਦਾ ਹੈ, ਮੇਰੀ ਆ ਭਾਵਨਾ ਬੁਰੀ ਹੋਵੇ, ਭਾਵੇਂ ਬੁਰੀ ਵੀ ਹੈ। ਅਤੇ ਇਸ ਲਈ ਚੰਗੇ ਘਰ ਆ ਕੇ ਅਤੇ ਚੰਗਾ ਨਹੀਂ ਮੰਗਣਾ, ਵਿਸ਼ੇ ਪ੍ਰਾਪਤੀ ਦੇ ਸੁੱਖ ਹੀ ਮੰਗਣੇ। ਇਹ ਉਹ ਮਨ ਦੇ ਵਿੱਚ ਖੁਸ਼ੀਆਂ ਕਰਦਾ, ਵਿਸ਼ਿਆਂ ਨੂੰ ਪਦਾਰਥਾਂ ਨੂੰ ਪਾ ਕੇ ਮੰਗਦਾ ਵੀ ਉਹੀ ਕੁਛ ਹੈ ਵੀ ਮੈਨੂੰ ਵਿਸ਼ੇ ਸੁੱਖ ਪਦਾਰਥਾਂ ਦੇ ਭੋਗ ਮਿਲਣ। ਕਰਤਾ ਚਿਤ ਨਾ ਆਵਈ। ਰੱਬ ਦੇ ਘਰ ਆ ਕੇ ਵੀ ਰੱਬ ਨੂੰ ਯਾਦ ਨਹੀਂ ਕਰਦਾ। ਇਹ ਪਿਆਰੇ ਜੀ, ਉਹਨੂੰ ਰਚਨਹਾਰ ਪਰਮੇਸ਼ਰ ਕਦੇ ਚੇਤੇ ਹੀ ਨਹੀਂ ਆਉਂਦਾ ਹੈ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਫਿਰ ਲੱਗ ਹੈ ਦੁੱਖ ਜੀਓ। ਜਿਸ ਕਰਕੇ ਉਹਨਾਂ ਨੂੰ ਮੁੜ ਮੁੜ ਜੰਮਣ ਮਰਨ ਦਾ ਦੁੱਖ ਕਸ਼ਟ ਲੱਗਦਾ ਹੈ। ਸੁਖ ਦੁਖ ਦਾਤਾ ਮਨ ਵਸੈ। ਕਰਮਾਂ ਅਨੁਸਾਰ ਸੁੱਖ ਦੁੱਖ ਦੇਣ ਵਾਲਾ ਪਰਮੇਸ਼ਰ ਹੈ, ਜਿਸ ਦੇ ਮਨ ਹਿਰਦੇ 'ਚ ਵਸ ਜਾਂਦਾ। ਤਿਤ ਤਨ ਕੈਸੀ ਭੁੱਖ ਜੀਓ। ਉਸ ਦੇ ਸੂਖਮ ਸਰੀਰ ਪਰ ਮਨ ਵਿੱਚ ਫਿਰ ਕਿਹੋ ਜਿਹੀ ਭੁੱਖ ਰਹਿਣੀ ਸੀ। ਭਾਵ ਉਹ ਆਤਮ ਤ੍ਰਿਪਤੀ ਕਰਕੇ ਤ੍ਰਿਪਤ ਹੋ ਜਾਂਦਾ ਹੈ। ਬਾਕੀ ਵਾਲਾ ਤਲਬੀਐ। ਜੋ ਕਰਮਾਂ ਦਾ ਹਿਸਾਬ ਕਿਤਾਬ ਦੇ ਬਕਾਏ ਵਾਲਾ ਹੈ, ਧਰਮ ਰਾਜਾ ਉਸ ਬੰਦੇ ਨੂੰ ਸਖਤੀ ਨਾਲ ਸੱਦੇਗਾ। ਸਿਰ ਮਾਰੇ ਜੰਦਾਰ ਜੀਓ। ਜਿੰਦ ਦਾ ਵੈਰੀ ਯਮਦੂਤ ਉਹਦੇ ਸਿਰ 'ਤੇ ਡੰਡਾ ਮਾਰੇਗਾ। ਇਹ ਪਿਆਰੇ ਜੀ, ਉਹਨੂੰ ਸਜ਼ਾ ਦੇਵੇਗਾ ਕਿ ਦੱਸ ਪੁੱਤ, ਤੈਨੂੰ ਭੇਜਿਆ ਕਿਸ ਕੰਮ ਲਈ ਸੀਗਾ ਅਤੇ ਤੂੰ ਕਰਕੇ ਕੀ ਆਇਆ ਹੈ। ਕਈਆਂ ਨੂੰ ਬੇਨਤੀ ਕਰੋ ਨਾ ਵੀ ਹੁਣ ਤਾਂ ਕਾਫੀ ਉਮਰ ਹੋ ਗਈ, ਹੁਣ ਤਾਂ ਪਿਆਲੇ ਨੂੰ ਛੱਡ ਦਿਓ, ਅੰਮ੍ਰਿਤ ਛਕ ਲਓ। ਕਹਿੰਦੇ ਕੋਈ ਨਹੀਂ, ਹੁਣ ਅਗਾਂਹ ਹੀ ਜਾ ਕੇ ਧਰਮ ਰਾਜੇ ਕੋਈ ਛਕਾਂਗੇ। ਧਰਮ ਰਾਜਾ ਕੋਈ ਖੰਡਾ ਬਾਟਾ ਲੈ ਕੇ ਨਹੀਂ ਬੈਠਾ ਹੋਇਆ ਵੀ ਉਹ ਤੁਹਾਨੂੰ ਅੰਮ੍ਰਿਤ ਛਕਾਊਗਾ। ਉਹ ਤਾਂ ਡੰਡਾ ਲੈ ਕੇ ਬੈਠਾ ਹੋਇਆ ਹੈ ਵੀ ਭੇਜਿਆ ਕਿਸ ਕੰਮ ਲਈ ਸੀ ਅਤੇ ਖਾ ਪੀ ਕੇ ਕੀ ਆ ਗਏ ਹੋ। ਮਹੱਲਾ ਪਹਿਲਾ। ਕਈ ਕਹਿੰਦੇ ਕੋਈ ਧਰਮ ਰਾਜਾ ਨਹੀਂ, ਇੱਥੇ ਹੀ ਨਰਕ ਸਵਰਗ ਹੈ। ਕਿੰਨੇ ਵੇਖੇ ਨੇ, ਪਰ ਸਾਧ ਸੰਗਤ ਜੀਓ ਅਸੀਂ ਨਹੀਂ ਵੇਖੇ, ਪਰ ਸਾਡੇ ਬਜ਼ੁਰਗਾਂ ਨੇ ਤਾਂ ਵੇਖੇ ਨੇ, ਜਿਹੜੇ ਹੋ ਕੇ ਮੁੜੇ ਨੇ। ਇੱਥੇ ਆ ਸਾਹਮਣੇ ਸਤਰਜ ਕੋਠੀ ਹੈ, ਅਤੇ ਹੁਣ ਤਾਂ ਕਾਫੀ ਚਿਰ ਹੋ ਗਿਆ ਉਹਨੇ ਦਰਸ਼ਨ ਨਹੀਂ ਹੋਏ, ਪਤਾ ਨਹੀਂ ਇੰਗਲੈਂਡ ਚਲੇ ਗਏ ਹੋਣਗੇ। ਧੀਆਂ ਪੁੱਤ ਸਭ ਬਾਹਰ ਨੇ। ਉਹਨਾਂ ਮੈਨੂੰ ਦੱਸਿਆ ਵੀ ਮੈਂ ਤਾਂ ਤੋਂ ਮੁੜ ਕੇ ਆਇਆ ਅਤੇ ਸਭ ਕੁਝ ਵੇਖ ਕੇ ਆਇਆ। ਪਹਿਲਾਂ ਕੁਛ ਵੀ ਨਹੀਂ ਸੀਗਾ, ਅਤੇ ਜਦੋਂ ਦੇ ਮੁੜ ਕੇ ਆਏ ਆ ਉਦੋਂ ਤੋਂ ਬਾਅਦ ਮੈਂ ਨਿਤਨੇਮ ਨਹੀਂ ਛੱਡਿਆ, ਉਸ ਵੇਲੇ ਅੰਮ੍ਰਿਤ ਛਕ ਲਿਆ। ਕਹਿੰਦੇ ਮੈਨੂੰ ਪਤਾ ਲੱਗ ਰਿਹਾ ਘਰ ਵਾਲੀ ਮੈਨੂੰ ਘੁੱਟ ਰਹੀ ਹੈ, ਮੇਰੇ ਮੂੰਹ ਨੂੰ ਪਾਣੀ ਲਾ ਰਹੀ ਹੈ ਅਤੇ ਮੈਂ ਮਰਿਆ ਪਿਆ ਹਾਂ। ਦੇਖ ਮੈਨੂੰ ਰਿਹਾ ਵੀ ਇਹ ਮੈਨੂੰ ਕਰ ਰਹੀ ਹੈ ਕੁਛ, ਪਰ ਮੇਰੀ ਵੱਸ ਦੀ ਕੋਈ ਗੱਲ ਨਹੀਂ ਹੈ। ਅਤੇ ਇਸ ਵਾਸਤੇ 4 ਘੰਟਿਆਂ ਬਾਅਦ ਉੱਪਰੋਂ ਗੱਲਾਂ ਬਾਤਾਂ ਮੇਰੇ ਕੰਨੀ ਪਈਆਂ ਸਾਰੀਆਂ। ਇੱਦਾਂ ਤੁਸੀਂ ਭੁਲੇਖੇ ਨਾ ਲੈ ਆਇਓ ਵੀ ਲਿਆਉਣਾ ਤਾਂ ਕਿਸੇ ਹੋਰ ਨੂੰ ਸੀਗਾ, ਫਲਾਣੇ ਪਿੰਡ ਜਾਓ, ਇਸੇ ਨਾਮ ਦਾ ਉੱਥੇ ਬੰਦਾ ਹੈ। ਮੈਂ ਕਹਿੰਦੇ ਜਾ ਓਏ, ਜਾ ਕੇ ਧਰਮ ਕਮਾ ਅਤੇ ਦਾਨ ਪੁੰਨ ਕਰ। ਸਾਡੀ ਗਲੀ 'ਚ ਵੀ ਉਹ ਇੱਕ ਬੇਹੋਸ਼ੀ ਤੋਂ ਮੁੜ ਕੇ ਕਹਿਣ ਲੱਗਾ ਵੀ ਮੈਂ ਤਾਂ ਤੋਂ ਮੁੜ ਕੇ ਆਇਆ, ਹੁਣ ਚੜ੍ਹਾਈ ਕਰ ਗਿਆ। ਅਤੇ ਉਹਨਾਂ ਮੈਨੂੰ ਆਖਿਆ ਵੀ ਗੁਰਦੁਆਰੇ ਅਰਦਾਸ ਕਰਾਈ।
ਕਿਤੇ ਹੋਰ ਪਾਸੇ ਨਾ ਘਰਦਿਆਂ ਨੂੰ ਕਹੀਂ ਵੀ ਭੱਜੇ ਫਿਰਨ, ਕਿਉਂਕਿ ਪੱਗ ਬੰਨੀ ਆ, ਕੇਸ ਦਾੜਾ ਹੈ, ਅਤੇ ਗੁਰੂ ਘਰ ਨੂੰ ਹੀ ਮੰਨੀਦਾ। ਜੋ ਵੀ ਦਾਨ ਪੁੰਨ ਉਹ ਗੁਰੂ ਘਰ ਵੱਧ ਤੋਂ ਵੱਧ ਸੰਗਤ ਦੇ ਕੰਮ ਆਏ, ਅਤੇ ਕਮਾਈ ਦੀ ਅੰਸ਼ ਜਿਹੜੀ ਹੈ ਜਿੰਨਾ ਵੀ ਤੁਲ ਫੁਲ ਦਿੱਤਾ ਜਾਏ ਓਨਾ ਘੱਟ ਹੈ। ਜਾ ਕੇ ਆਪ ਦਾ ਭਲੇ ਦਾ ਦਾਨ ਪੁੰਨ ਕਰਕੇ ਅਤੇ ਫਿਰ ਆਈ। ਥੋੜ੍ਹੇ ਕੁ ਦਿਨਾਂ ਬਾਅਦ ਫਤਿਹ ਬੁਲਾ ਗਿਆ। ਉਹ ਇਸ ਤਰ੍ਹਾਂ ਕਈਆਂ ਨੇ ਵੇਖਿਆ ਹੈ, ਉਹ ਦੱਸਦੇ ਨੇ ਦੱਸਣ ਵਾਲੇ। ਸੋ ਮਹਾਰਾਜ ਵੀ ਕਹਿੰਦੇ ਜਿਨ੍ਹਾਂ ਨੇ ਵੇਖਿਆ, ਗੁਰੂ ਸਾਹਿਬ ਨੇ ਵੇਖਿਆ ਹੈ, ਉਹ ਲੋਕ ਅਤੇ ਪਰਲੋਕ ਦੇ ਸਾਡੇ ਜਾਣਕਾਰ ਰੱਖੇ ਨੇ। ਮਹਾਰਾਜ ਸਾਨੂੰ ਸਮਝਾਉਂਦੇ ਨੇ, ਮਹੱਲਾ ਪਹਿਲਾ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ। ਇਹ ਜਿਹੜੀ ਗੱਲਬਾਤ ਹੈ ਗੁਰੂ ਨਾਨਕ ਸਾਹਿਬ ਸਾਡੇ ਨਾਲ ਕਰ ਰਹੇ ਨੇ। ਇਹ ਨਾ ਸਮਝੋ ਵੀ ਮੈਂ ਕਰ ਰਿਹਾ ਜਾਂ ਮੈਂ ਵੀ ਤੁਹਾਡੇ 'ਚ ਬੈਠਾ ਸੁਣ ਰਿਹਾ। ਇਹ ਬਾਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਮੇਰਿਆ ਮਨਾ ਸੁਣ, ਸਹੀ ਸਿੱਖਿਆ ਹੈ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਮੁਨੀਮਾ ਵਾਂਗ ਵਕੀਲਾਂ ਵਾਂਗ ਵਹੀ ਖਾਤਾ ਕੱਢ ਕੇ ਜੱਜ ਦੇ ਟੇਬਲ ਦੇ ਅੱਗੇ ਮੁਜਰਮ ਕਟਹਿਰੇ ਵਿੱਚ ਖੜ੍ਹਾ ਕਰਨ ਤੋਂ ਪਹਿਲਾਂ ਫੈਲ ਪਈ ਹੁੰਦੀ ਹੈ, ਅਤੇ ਜੱਜ ਨੇ ਉਹ ਆਪਣੇ ਘਰ ਲਿਜਾ ਕੇ ਉਹਦੀ ਸਟੱਡੀ ਕੀਤੀ ਹੁੰਦੀ ਹੈ ਬਕਾਇਦਾ। ਉਹਨੂੰ ਸਾਰੀ ਜਾਣਕਾਰੀ ਹੁੰਦੀ ਵੀ ਮੁਜਰਮ ਨੇ ਕਿਹੜੇ ਕਿਹੜੇ ਟਾਈਮ ਦੇ ਕੀ ਕੀਤਾ। ਬੰਦੇ ਦੀ ਰੂਹ ਕੰਬਦੀ ਹੈ, ਉੱਥੇ ਬੰਦਾ ਝੂਠ ਨਹੀਂ ਬੋਲ ਸਕਦਾ। ਸਭ ਕੁਝ ਦਿਖਾਉਂਦੇ ਨੇ ਬਿਲਕੁਲ ਇੰਝ ਹੀ। ਲੇਖਾ ਰੱਬ ਮੰਗੇਸੀਆ, ਰੱਬ ਲੇਖਾ ਮੰਗਦਾ ਹੈ। ਬੈਠਾ ਕੱਢ ਵਹੀ, ਉਹਦੇ ਕੋਲ ਮੁਨੀਮ ਧਰਮ ਰਾਜਾ ਬੈਠਾ, ਕਹਿੰਦੇ ਇਹਦੀ ਵਹੀ ਕੱਢ ਵਹੀ, ਕੱਢ ਇਹਦਾ ਲੇਖਾ ਜੋਖਾ। ਤਲਬਾ ਪੋਸਨ ਆਕੀਆਂ ਬਾਕੀ ਜਨਾ ਰਹੀ। ਸੋ ਜਿਨ੍ਹਾਂ ਦੇ ਜਿੰਮੇ ਬਕਾਇਆ ਉਹ ਬੁਲਾਏ ਜਾਣਗੇ ਅਤੇ ਉਹਨਾਂ ਨੂੰ ਤਾੜਨਾ ਹੋਏਗੀ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ। 4 ਫਰਿਸ਼ਤੇ ਨੇ ਜਿਨ੍ਹਾਂ ਵਿੱਚੋਂ ਮੌਤ ਦਾ ਫਰਿਸ਼ਤਾ ਜਿਹੜਾ ਅਜ਼ਰਾਈਲ ਹੈ, ਮੌਤ ਦਾ ਦੂਤ ਅਜ਼ਰਾਈਲ, ਉਹਨਾਂ ਨੂੰ ਸਜ਼ਾ ਦੇਣ ਲਈ ਮੁਕਰਰ ਕੀਤਾ ਜਾਵੇਗਾ। ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ। ਤੰਗ ਗਲੀ ਦੇ ਅੰਦਰ ਫਸੇ ਹੋਇਆਂ ਕੋਈ ਰਸਤਾ ਬਚਾਅ ਦਾ ਜਾਂ ਆਉਣ ਤੇ ਜਾਣ ਦਾ ਨਹੀਂ ਦਿਖਦਾ। ਊੜ ਨਿਖੁੱਟੇ ਨਾਨਕ ਓੜਕ ਸੱਚ ਰਹੀ। ਅੰਧ ਨੂੰ ਸੱਚ ਰਹੇਗਾ, ਝੂਠ ਨਿਖੁੱਟ ਜਾਏਗਾ। ਇਸ ਲਈ ਪਾਤਸ਼ਾਹ ਫਰਮਾਨ ਕਰਦੇ ਨੇ, ਬਾਕੀ ਵਾਲਾ ਤਲਬੀਐ। ਕਰਮਾਂ ਦਾ ਹਿਸਾਬ ਕਿਤਾਬ ਬਕਾਏ ਵਾਲਾ ਧਰਮ ਰਾਜਾ ਸਖਤੀ ਨਾਲ ਉਹਨੂੰ ਸੱਦੇਗਾ। ਸਿਰ ਮਾਰੇ ਜੰਦਾਰ ਜੀਓ। ਜਿੰਦ ਦਾ ਵੈਰੀ ਯਮਦੂਤ ਉਹਦੇ ਸਿਰ ਤੇ ਡੰਡਾ ਮਾਰੇਗਾ। ਜਮ ਕਾ ਡੰਡ ਮੂੰਡ ਮੈਂ ਲਾਗੈ ਖਿਨ ਮੈਂ ਕਰੇ ਨਵੇਰਾ। ਲੇਖਾ ਮੰਗੈ ਦੇਵਣਾ। ਜਦ ਧਰਮ ਰਾਜਾ ਕੀਤੇ ਕਰਮ ਦਾ ਹਿਸਾਬ ਕਿਤਾਬ ਮੰਗੇਗਾ ਤਾਂ ਉਹ ਦੇਣਾ ਹੀ ਪਵੇਗਾ। ਪੁੱਛੈ ਕਰ ਵਿਚਾਰ ਜੀਓ। ਇਹ ਪਿਆਰੇ ਜੀ ਉਹ ਤੋਲੇ ਵਿੱਚੋਂ ਮਾਸਾ ਤੇ ਮਾਸੇ 'ਚੋਂ ਰੱਤੀ ਰੱਤੀ ਨਿਰਣਾ ਕਰਕੇ ਪੁੱਛੂਗਾ। ਸੁਨਿਆਰੇ ਵੇਖੇ ਨਾ, ਸੁਨਿਆਰੇ ਤੁਸਾਂ ਨੇ, ਉਹ ਆਪਣੀ ਦੁਕਾਨ ਦਾ ਕੂੜਾ ਵੀ ਇਕੱਠਾ ਕਰਕੇ ਉਹਦੇ 'ਚੋਂ ਵੀ ਸੋਨਾ ਕੱਢ ਲੈਂਦੇ ਨੇ। ਇੰਨੇ ਸਿਆਣੇ ਹੁੰਦੇ ਨੇ। ਜਿੰਨਾ ਮਰਜ਼ੀ ਬੰਦਾ ਨਿਗਾਹ ਰੱਖੇ ਅਤੇ ਉਹ ਆਪਦੀਆਂ ਸੂਈਆਂ ਮਾਰਦਿਆਂ ਮੋਰਦਿਆਂ ਥੋੜ੍ਹਾ ਬਹੁਤਾ ਥੱਲੇ ਡੇਗ ਹੀ ਲੈਂਦੇ ਨੇ ਆਪਦੇ ਜਲ ਪਾਣੀ ਗੁਜ਼ਾਰੇ ਜੋਗਾ। ਤੋ ਨਿੱਘੀ ਨਿੱਘੀ ਚੀਜ਼ ਨੂੰ ਉਹ ਵੇਖਦੇ ਨੇ, ਸਾਂਭ ਕੇ ਰੱਖਦੇ ਨੇ। ਇਸ ਤਰ੍ਹਾਂ ਦੀ ਗੱਲਬਾਤ ਹੈ। ਬੜੇ ਬਰੀਕੀ ਦੇ ਨਾਲ ਲੇਖਾ ਜੋਖਾ। ਆਪਾਂ ਸੋਚਦੇ ਹਾਂ ਆਪਾਂ ਜੋ ਮਰਜ਼ੀ ਖਾਈ ਜਾਈਏ, ਜਿੱਥੇ ਮਰਜ਼ੀ ਤੁਰੇ ਫਿਰੀਏ, ਬਿਲਕੁਲ ਨਹੀਂ। ਰੇ ਮਨ ਲੇਖਾ ਚੱਲ ਹੈ। ਇੱਕ ਇੱਕ ਕਦਮ ਸਾਡਾ ਲੇਖੇ ਵਿੱਚ ਹੈ, ਹਿਸਾਬ ਦੇ ਵਿੱਚ ਹੈ। ਲੇਖਾ ਵੈਸਾ ਕਿੱਥੇ ਬੈਠਦੇ ਆ, ਸੈਟੇਲਾਈਟ ਸਿਸਟਮ ਰੱਬ ਦਾ ਕੈਮਰਾ ਲੱਗਾ ਹੋਇਆ, ਉਹਦੀ ਕੋਈ ਤਾਰ ਨਹੀਂ ਹੈ, ਕੋਈ ਉਹਦਾ ਕਨੈਕਸ਼ਨ ਨਹੀਂ, ਸਿਰਫ ਤੁਹਾਡੇ 'ਤੇ ਹੈ। ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕਾ। ਇੱਕ ਦਿਨ ਦਾ ਕੈਮਰਾ, ਅੱਜ ਕੱਲ੍ਹ ਰਾਤ ਦੇ ਕੈਮਰੇ ਵੀ ਨੇ, ਲਾਈਟਾਂ ਬੁਝੀਆਂ ਹੋਣ, ਕੁਝ ਨਾ ਦਿਖਦਾ ਹੋਏ, ਪਰ ਉਹ ਰਾਤ ਦੀ ਵੀ ਕਵਰੇਜ ਕਰਦੇ ਨੇ। ਉਹਨੂੰ ਕਹਿੰਦੇ ਨੇ ਗੁਪਤ ਚਿੱਤਰ, ਕਹਿੰਦੇ ਨੇ ਦਿਨ ਦੇ ਕੈਮਰੇ ਨੂੰ। ਅਤੇ ਇਸ ਵਾਸਤੇ
ਰੀਮਨ ਲਿਖੈ ਚਾਲੈ ਲਿਖੈ ਬੈਸੈ। ਕਿੱਥੇ ਬੈਠਦੇ ਹੋ, ਕਿੱਥੇ ਖਲੋਂਦੇ ਹੋ, ਲੇਖੇ 'ਚ ਹੈ। ਉੱਤੇ ਕੈਮਰਾ ਲੱਗਾ ਹੈ, ਮਹਾਰਾਜ ਦੇਖਦਾ ਹੈ। ਲੇਖੇ ਲੈਂਦਾ ਸਾਹ, ਸਾਹ ਕਿਵੇਂ ਲੈ ਰਹੇ ਹੋ, ਕਿਹੜੇ ਕੰਮਾਂ 'ਚ ਫਜ਼ੂਲ ਗਵਾ ਰਹੇ ਹੋ, ਸਭ ਮਹਾਰਾਜ ਨੂੰ ਪਤਾ ਹੈ। ਜਦੋਂ ਲੇਖਾ ਮੰਗੂਗਾ ਤਾਂ ਦੇਣਾ ਪਊਗਾ। ਪੁੱਛੇ ਕਰ ਵਿਚਾਰੈ, ਬਰੀਕੀ ਨਾਲ ਵਿਚਾਰ ਕਰਕੇ ਤੁਹਾਨੂੰ ਪੁੱਛੂਗਾ, ਤੁਹਾਨੂੰ ਮੰਨਣਾ ਪਊਗਾ। ਸੱਚੇ ਕੀ ਲਿਵ ਉਬਰੈ, ਜੋ ਸੱਚੇ ਨਾਮ ਦੀ ਲਿਵ 'ਚ ਜੁੜੇ ਉਹ ਯਮਾਂ ਦੀ ਮਾਰ ਵਿਕਾਰਾਂ ਤੋਂ ਬਚ ਜਾਣਗੇ। ਬਖਸ਼ੇ ਬਖਸ਼ਣਹਾਰ ਜੀਓ, ਬਖਸ਼ਿਸ਼ ਕਰਨੇ ਵਾਲਾ ਪਰਮੇਸ਼ਰ ਇਹ ਪਿਆਰੇ ਜੀ ਉਹਨਾਂ ਨੂੰ ਬਖਸ਼ ਲਵੇ, ਭਾਵ ਛੁਡਾ ਲਵੇਗਾ। ਅਨ ਕੋ ਕੀਜੈ ਮਿੱਤੜਾ, ਰੱਬ ਤੋਂ ਬਗੈਰ ਕਿਸੇ ਹੋਰ ਦੇਵੀ ਦੇਵਤੇ ਜਾਂ ਦਵੈਤ ਵਾਲਿਆਂ ਨੂੰ ਮਿੱਤਰ ਬਣਾਉਣਾ ਕਰਦੇ ਨੇ। ਆ ਕਰ ਲੈ ਮਰ ਜਾਏ ਜੀਓ, ਇਹ ਪਿਆਰੇ ਜੀ ਉਹਨਾਂ ਦੀ ਦੇਹ ਜਦੋਂ ਮਰ ਕੇ ਮਿੱਟੀ 'ਚ ਰਲ ਜਾਏਗੀ ਤਦੋਂ ਹੋਰ ਟੇਢੀਆਂ ਜੂਨਾਂ ਵਿੱਚ ਚਲੇ ਜਾਣਗੇ। ਬਹੁ ਰੰਗ ਦੇਖ ਭੁਲਾਇਆ, ਜੀਵ ਨੇ ਮਾਇਆ ਦੇ ਬਹੁਤੇ ਕੌਤਕਾਂ ਨੂੰ ਵੇਖ ਕੇ ਆਪਣੇ ਚਿੱਤ ਨੂੰ ਰੰਗ ਤਮਾਸ਼ਿਆਂ ਵਿੱਚ ਲਾ ਕੇ ਵਾਹਿਗੁਰੂ ਵੱਲੋਂ ਭੁਲਾਇਆ ਹੋਇਆ ਹੈ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਪਿਆ। ਭੁੱਲ ਭੁੱਲ ਆਵੈ ਜਾਏ ਜੀਓ, ਇਹ ਪਿਆਰੇ ਜੀ ਤੇ ਇਹ ਭੁੱਲ ਦਾ ਭੁਲਾਇਆ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹੇਗਾ। ਨਦਰ ਪ੍ਰਭੂ ਤੇ ਛੁਟੀਐ, ਕਿਵੇਂ ਛੁੱਟ ਸਕੀਦਾ ਜੀ? ਕੇਵਲ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਹੀ ਜੰਮਣ ਮਰਨ ਦੇ ਗੇੜ ਤੋਂ ਛੁੱਟੀਦਾ ਹੈ। ਨਦਰੀ ਮੇਲ ਮਿਲਾਏ ਜੀਓ, ਇਹ ਪਿਆਰੇ ਜੀ ਉਹ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਹੀ ਆਪਣੇ ਸਰੂਪ ਦੇ ਮੇਲ 'ਚ ਮਿਲਾ ਲੈਂਦਾ ਹੈ। ਕਾਫਲ ਗਿਆਨ ਵਿਹੂਣਿਆ, ਇਹ ਵਿਸ਼ੁੱਧ ਸਰੂਪ ਦੇ ਗਿਆਨ ਤੋਂ ਖਾਲੀ ਜੀਵਾ ਤੂੰ ਗੁਰ ਬਿਨ ਗਿਆਨ ਨਾ ਭਾਲ ਜੀਓ, ਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਗਿਆਨ ਕੀ ਤੂੰ ਲੱਭਦਾ ਫਿਰਦਾ? ਕਿਹੜੀਆਂ ਕਿਤਾਬਾਂ ਤੋਂ ਫੋਲਦਾ ਫਿਰਦਾ ਹੈ? ਕਈਆਂ ਤੋਂ ਮੈਂ ਸੁਣਿਆ ਉਹਨੂੰ ਕਹੀਦਾ ਨਾ ਵੀ ਫਿਲਮਾਂ ਕਿਉਂ ਵੇਖਦੇ ਹੋ, ਆਖੇ ਜੀ ਉਹਦੇ 'ਚੋਂ ਵੀ ਗਿਆਨ ਲੈਂਦੇ ਆ। ਹੈ ਮੂਰਖ, ਜਿਸ ਬੰਦੇ ਨੂੰ ਜਪਜੀ ਸਾਹਿਬ 'ਚੋਂ ਗਿਆਨ ਨਹੀਂ ਮਿਲਿਆ, 10 ਮਿੰਟਾਂ ਦਾ ਪਾਠ, ਸੁਖਮਨੀ ਸਾਹਿਬ 'ਚੋਂ ਗਿਆਨ ਨਹੀਂ ਮਿਲਿਆ, ਅੱਧੇ ਘੰਟੇ ਦਾ ਪਾਠ, ਕਥਾ ਕੀਰਤਨ 'ਚੋਂ ਨਹੀਂ ਜਿਹਨੂੰ ਕੁਛ ਮਿਲਿਆ, ਦੱਸੋ ਫਿਲਮ 'ਚੋਂ ਕੀ ਲੈ ਲੂਗਾ? ਦੱਸੋ ਬਈ, ਜਿਹਨਾਂ ਨਕਲੀ ਦਾੜੀਆਂ ਅਤੇ ਨਕਲੀ ਜੋੜੇ ਪੱਗਾਂ ਬੰਨੀਆਂ ਹੁੰਦੀਆਂ ਉਹਨਾਂ ਤੋਂ ਕੀ ਲੈ ਲੂਗਾ? ਉਹ ਤਾਂ ਆਪ ਦੂਜੇ ਪਾਸੇ ਤੁਰੇ ਫਿਰਦੇ ਨੇ। ਕਮਾਈ ਵਾਲਿਆਂ ਦਾ ਅਸਰ ਹੁੰਦਾ, ਉਹ ਤਾਂ ਆਪਦੀ ਕਮਾਈ ਇੱਕ ਇੱਕ ਗੱਲ ਦਾ ਕਰੋੜ ਕਰੋੜ ਰੁਪਈਆ ਲੈਂਦੇ ਨੇ ਐਕਟਿੰਗ ਕਰਨ ਦੇ, ਕਿਤੇ ਥੋੜ੍ਹੇ ਪੈਸੇ ਨੇ। ਉਹ ਤਾਂ ਕਮਾਈ ਦਾ ਸਾਧਨ ਬਣਾਇਆ ਹੋਇਆ ਲੋਕਾਂ ਨੇ, ਕੋਈ ਧਾਰਮਿਕ ਧੂਰਮਿਕ ਨਹੀਂ ਹੈ। ਜੇ ਫਿਲਮਾਂ ਨਾਲ ਪ੍ਰਚਾਰ ਹੁੰਦਾ ਤਾਂ ਸਾਰੀ ਦੁਨੀਆ ਅੰਮ੍ਰਿਤ ਨਾਲ ਛਕ ਲੈਂਦੀ। ਫਿਲਮਾਂ ਨਾਲ ਪ੍ਰਚਾਰ ਨਹੀਂ ਹੁੰਦਾ। ਇਹੀ ਅਸਲ ਪ੍ਰਚਾਰ ਹੈ ਜੋ ਮਹਾਰਾਜ ਦੀ ਘਰ ਦੀ ਸਤਸੰਗਤ ਹੈ। ਗੁਰੂ ਸਾਹਿਬਾਂ ਨੇ ਸਾਨੂੰ ਰੰਗ ਤਮਾਸ਼ਿਆਂ ਵੱਲੋਂ ਵਰਜ ਕੇ ਅਤੇ ਸੰਗਤ ਵਾਲੇ ਪਾਸੇ ਲਾਇਆ ਹੈ। ਇਹਦੇ ਨਾਲ ਜੀਵਨ ਬਣਦਾ ਹੈ। ਤਮਾਸ਼ਾ ਖੇਡਣ ਨਾਲ ਜੀਵਨ ਢਿੱਲਾ ਪੈਂਦਾ ਹੈ, ਮਨ ਚੰਚਲ ਹੁੰਦਾ ਹੈ। ਸੋ ਜਿਵੇਂ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ, ਅਤੇ ਇਹ ਸਾਰਾ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਚੋਜ ਲਿਖਿਆ ਹੈ ਵੀ ਉਹਦੇ ਨਾਲ ਜੀਵਨ ਢਿੱਲਾ ਹੁੰਦਾ, ਜੀਵਨ ਪੱਕਾ ਨਹੀਂ ਬਣਦਾ। ਇਹ ਕਥਾ ਕੀਰਤਨ ਮਹਾਰਾਜ ਦੇ ਨਾਮ ਬਾਣੀ ਦੀ ਕਮਾਈ ਨਾਲ ਜੀਵਨ ਬਣਦੇ ਨੇ। ਇਸ ਲਈ ਤੂੰ ਕਿੰਨਾ 'ਚੋਂ ਗਿਆਨ ਲੱਭਦਾ ਫਿਰਦਾ? ਕਿਤਾਬਾਂ ਦੇ ਵਿੱਚ ਜਾਂ ਹੋਰ ਕਿਸੇ 'ਚ ਗਿਆਨ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਖਜ਼ਾਨਾ, ਇਹਨਾਂ ਨੂੰ ਪੜ੍ਹਿਆ ਕਰ। ਗੁਰ ਬਿਨ ਗਿਆਨ ਨਾ ਭਾਲ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਕਿਤੇ ਹੋਰ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਫਿਲਮ 'ਚੋਂ ਗਿਆਨ ਨਾ ਲੱਭ। ਖਿੱਚੋ ਤਾਣ ਵੇ ਗੁੱਚੀਐ, ਕਰਮਾਂ ਦੀ ਖਿੱਚੋ ਖਿੱਚੀ ਕਰਕੇ ਜੇ ਕਦੇ ਕੋਈ ਕਰਮ ਕਰ ਲਿਆ, ਕਦੇ ਕੋਈ ਇਉਂ ਖਰਾਬ ਹੋਣਾ ਪੈਂਦਾ ਹੈ। ਬੁਰਾ ਭਲਾ ਦੋਏ ਨਾਲ ਜੀਓ, ਜਾਂ ਇੰਦਰੀਆਂ ਦੀ ਖਿੱਚਾ ਖਿੱਚੀ ਭਾਵ ਆਪੋ ਆਪਣੇ ਵਿਸ਼ਿਆਂ ਵੱਲ ਖਿੱਚਿਆ, ਜਿਹੜੇ ਇੰਦਰੀਆਂ ਨੇ ਖਿੱਚਦੇ ਨੇ ਇਉਂ ਖਰਾਬ ਹੋਣਾ ਪੈਂਦਾ ਉਹਨਾਂ ਦੇ ਮਗਰ ਲੱਗ ਕੇ। ਅੰਦਰੋਂ ਭੈੜਾ ਅਤੇ ਚੰਗਾ ਕਰਮ ਦੋਵੇਂ ਸਾਥ ਹੀ ਪਰਲੋਕ ਨੂੰ ਜਾਣਗੇ। ਬਿਨ ਸਬਦੈ ਭੈ ਰਤਿਆ,
ਬੁਰਾ ਭਲਾ ਦੋਏ ਨਾਲ ਜੀਓ। ਬੁਰਾ ਤੇ ਭਲਾ ਜਾਣਨ ਵਾਲੇ ਚਿੱਤਰਗੁਪਤ ਨਾਲ ਹੀ ਨੇ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਡਰ ਵਿੱਚ ਰੰਗੇ ਹੋਇਆਂ ਤੋਂ ਬਿਨਾਂ ਬਿਨ ਸ਼ਬਦ ਪੈਰ ਤਿਆ ਬਿਨਾਂ ਸ਼ਬਦ ਉਪਦੇਸ਼ ਦੇ ਡਰ ਚ ਰੰਗੇ ਤੋਂ ਬਿਨਾਂ ਸਭ ਜੋਹੀ ਜਮ ਕਾਲ ਜਿਉ। ਹੇ ਪਿਆਰੇ ਜੀ, ਸਾਰੀ ਸ੍ਰਿਸ਼ਟੀ ਕਾਲ ਕਰਨ ਵਾਲੇ ਯਮ ਨੇ ਦੇਖੀ, ਭਾਵ ਮਾਰਨ ਦੇ ਖਿਆਲ ਨਾਲ ਤੱਕੀ ਹੋਈ ਹੈ। ਜਿਨ ਕਾਰਨ ਧਾਰਿਆ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਦੇ ਪਾਲਣ ਪੋਸ਼ਣ ਲੈਤਾ ਕਰਨ ਵਾਲੇ ਕਾਰਨ ਭਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮਹੀ ਤਤ ਤ੍ਰਿਦਾ ਹੰਕਾਰ ਆਦਿ ਕਾਰਨਾਂ ਨੂੰ ਰਚ ਕੇ ਸੰਸਾਰ ਨੂੰ ਆਪਣੇ ਆਸਰੇ ਟਿਕਾਇਆ ਧਾਰਿਆ। ਸਭ ਸੈ ਦੇ ਆਧਾਰ ਜਿਉ। ਉਹ ਪਰਮੇਸ਼ਰ ਸਾਰੇ ਜੀਵਾਂ ਨੂੰ ਆਪਣਾ ਆਸਰਾ ਦੇਣਾ ਕਰਦਾ ਹੈ ਜੀ। ਸੋ ਕਿਉ ਮਨ ਹੋਵੇ ਸਾਰੀਐ। ਉਸ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚੋਂ ਕਿਉਂ ਭੁਲਾਈਏ? ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਨੂੰ ਕਿਉਂ ਭੁਲਾਈਏ? ਸਦਾ ਦਾਤਾਰ ਜੀਓ। ਜੋ ਹਮੇਸ਼ਾ ਹਮੇਸ਼ਾ ਰੋਜ਼ੀ ਬ੍ਰਹਮ ਗਿਆਨ ਆਦਿ ਦੀਆਂ ਦਾਤਾਂ ਦੇਣ ਵਾਲਾ ਹੈ। ਹੀ ਪਿਆਰੇ ਜੀਓ, ਨਾਨਕ ਨਾਮ ਨਾ ਵਿਸਰੈ। ਸੋ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਸਾਨੂੰ ਕਦੇ ਵੀ ਨਾ ਭੁੱਲੇ। ਧਾਰਾ ਆਧਾਰ ਜਿਉ। ਇੰਜ ਬੇਨਤੀ ਕਰੀਏ, ਇਹ ਨਿਆਸਰਿਆਂ ਦੀ ਆਸਰਾ ਰੂਪ ਪਰਮੇਸ਼ਰ ਜੀ, ਤੁਹਾਡੇ ਚਰਨਾਂ ਸਾਡੀ ਅਰਦਾਸ ਹੈ ਕਿ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਸਾਰਾ ਕੁਛ ਕਹਿ ਕਵਾ ਕੇ ਸਿੱਖਿਆ ਦੇ ਕੇ ਫਿਰ ਅਰਦਾਸ ਕਿਵੇਂ ਕਰਨੀ ਆਪਣਾ ਬਖਸ਼ਾਉਣ ਖਾਤਰ, ਇਹ ਮਹਾਰਾਜ ਨੇ ਸਾਨੂੰ ਜਾਚ ਸਿਖਾਈ ਹੈ। ਅਰਦਾਸ ਤੋਂ ਬਗੈਰ ਪਾਰ ਉਤਾਰਾ ਨਹੀਂ ਹੈ। ਸੋ ਗੁਰੂ ਸਾਹਿਬ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਉ ਸਤਿਗੁਰ ਪਾਈ ਬੈ। ਆਪੇ ਹੀ ਬਖਸ਼ ਲੈਣ ਜੀ। ਆਪ ਦਾ ਨਾਮਦਾਨ ਬਖਸ਼ਣ। ਭੁੱਲਾਂ ਚੁੱਕਾ ਖਿਮਾ ਕਰੋ। ਅੱਗੇ ਤੋਂ ਸਮਤ ਬਖਸ਼ੋ। ਸੋ ਕਿਉ ਮਨ ਹੋਵੇ ਸਾਰੀਐ। ਸਦਾ ਸਦਾ ਦਾਤਾਰ ਜਿਉ। ਨਾਨਕ ਨਾਮ ਨਾ ਵਿਸਰੈ। ਇਹ ਧਾਰਾ ਆਧਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ